जप आद सच जुगाद सच है भी सच नानक होसी भी सच। तुम करहो दया मेरे साईं, ऐसी मत दीजै मेरे ठाकुर। सदा सदा तुध ध्याई। तुम दाते ठाकुर प्रतिपालक, नायक खसम हमारे। निमख निमख तुम ही प्रतिपालहो, हम बारिक तुमरे तारे। जिह्वा एक कवन गुण कहिए, बेसुमार बेअंत सुवामी। तेरो अंत ना किन्ही लहिए। मूक उचरह शास्त्र खट, पिंग गिरन चढ़ जाए। अंध लखै बदरो सुनै, जो काल कृपा कराए। कहा बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी। आप ले हो तुम कथा सुधारी। हम ना सकत कर सिफत तुम्हारी। आप ले हो तुम कथा सुधारी। सतनाम श्री वाहेगुरु साहिब जी। सलोक खात खर्चत बिलछत रहे, टूट ना जाहे भंडार। हर हर जापत अनेक जन, नानक नाहि सुमार। खात खर्चत बिलछत रहे। वाहिगुरु जी का खालसा, वाहिगुरु जी की फतेह। पतित पावन भगत वत्सल अंतरजामी करुणा निधान गुरु गरीबन नवाज, कलयुग के तारनहारे शब्द गुरु
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਿਆਰ ਨਾਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਖਾਤ ਖਰਚਤ ਬਿਲਛਤ ਰਹੇ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰ ਰਹੇ ਹਨ। ਸੰਸਾਰ ਦੇ ਅੰਦਰ ਭਾਵੇਂ ਬਹੁਤ ਸਾਰੇ ਖਜ਼ਾਨੇ ਹੈ, ਕਿਸੇ ਕੋਲ ਪਦਾਰਥਾਂ ਦਾ, ਕਿਸੇ ਕੋਲ ਧਨ ਦਾ ਖਜ਼ਾਨਾ ਹੈ, ਕਿਸੇ ਕੋਲ ਬਹੁਤਾ ਵੱਡਾ ਖਜ਼ਾਨਾ, ਕਿਸੇ ਕੋਲ ਥੋੜਾ ਘੱਟ ਹੈ। ਜਿੰਨੇ ਵੀ ਦੁਨੀਆ ਦੇ ਮਾਇਕੀ ਖਜ਼ਾਨੇ ਹਨ ਉਹਨਾਂ ਵਿੱਚ ਕਦੇ ਘਾਟਾ ਪੈ ਜਾਂਦਾ, ਕਦੇ ਵਾਧਾ ਪੈ ਜਾਂਦਾ, ਕਿਸੇ ਨਾ ਕਿਸੇ ਸਮੇਂ ਮੁੱਕ ਹੀ ਜਾਂਦੇ ਹੈ। ਭਾਵੇਂ ਜਿੰਨਾ ਮਰਜ਼ੀ ਵੱਡਾ ਮਨੁੱਖ ਦੇ ਕੋਲ ਖਜ਼ਾਨਾ ਹੋਵੇ, ਪਰ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ, ਕਦੇ ਵੀ ਮੁੱਕਦਾ ਨਹੀਂ ਹੈ। ਜਿੰਨਾ ਪਿਆਰ ਦੇ ਨਾਲ ਕੋਈ ਨਾਮ ਜਪੇਗਾ ਹੋਰ ਵੱਧਦਾ ਜਾਵੇਗਾ, ਹੋਰ ਹਿਰਦੇ ਅੰਦਰ ਕਾਣਾ ਆਨੰਦ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਜਾਵੇਗੀ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਚਨ ਆਉਂਦਾ, ਜੋ ਪੂਰੇ ਸਤਿਗੁਰੂ ਜੀ ਨੇ ਸਿੱਖ ਦੇ ਹਿਰਦੇ ਅੰਦਰ ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ, ਇਹ ਐਸਾ ਅਮੋਲਕ ਖਜ਼ਾਨਾ ਹੈ, ਨਾ ਕਦੇ ਮੁੱਕਦਾ ਹੈ ਅਤੇ ਨਾ ਕਦੇ ਜੀਵ ਦਾ ਸਾਥ ਛੱਡਦਾ ਹੈ। ਦੁਨਿਆਵੀ ਖਜ਼ਾਨਾ ਮੁੱਕ ਵੀ ਜਾਂਦਾ ਹੈ ਤੇ ਅੰਤ ਸਮੇਂ ਸਾਥ ਵੀ ਛੱਡ ਦਿੰਦਾ ਹੈ, ਪਰ ਪਰਮਾਤਮਾ ਦਾ ਨਾਮ ਦਾ ਖਜ਼ਾਨਾ ਇਹ ਜੀਵ ਦੇ ਲੋਕ ਪਰਲੋਕ ਦੇ ਵਿੱਚ ਨਾਲ ਨਿਭਦਾ ਹੈ। ਹਰ ਸਾਹ ਤੇ ਪਰਮੇਸ਼ਰ ਦਾ ਨਾਮ ਰੱਖਿਆ ਕਰਦਾ ਹੈ। ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਹੈ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਇਹ ਅਖੁੱਟ ਭਾਵ ਖੁੱਟਣ ਤੋਂ ਰਹਿਤ ਹੈ, ਮੁੱਕਣ ਤੋਂ ਰਹਿਤ ਹੈ, ਕਦੇ ਮੁੱਕਣਾ ਨਹੀਂ ਹੈ। ਜਿਵੇਂ ਗੁਰਸਿੱਖ ਬੰਦਗੀ ਕਰਨ ਵਾਲੇ ਹੈ, ਬ੍ਰਹਮ ਬੇਤੇ ਸਤਿਪੁਰਸ਼ ਹਨ, ਹਰ ਇੱਕ ਸਵਾਸ ਦੇ ਨਾਲ ਆਪ ਨਾਮ ਜਪਦੇ ਔਰ ਜੀਵਾਂ ਨੂੰ ਪ੍ਰੇਰਿਤ ਕਰਦੇ ਹਨ ਜਪਣ ਦੇ ਲਈ। ਜਿੰਨਾ ਮਰਜ਼ੀ ਨਾਮ ਦਾ ਖਜ਼ਾਨਾ ਵੰਡੀ ਜਾਣ, ਕਦੇ ਮੁੱਕਦਾ ਥੋੜਾ। ਐਸਾ ਇਹ ਭਗਤੀ ਦਾ ਅਮੋਲਕ ਭੰਡਾਰਾ ਹੈ, ਨਾਮ ਦਾ ਸ਼ੁਭ ਖਜ਼ਾਨਾ ਹੈ, ਕਦੇ ਵੀ ਮੁੱਕਦਾ ਨਹੀਂ ਹੈ। ਪਰ ਹਜ਼ੂਰ ਦਾ ਫਰਮਾਨ ਆਉਂਦਾ ਕਿ ਜਿਹੜਾ ਸੰਸਾਰ ਦੇ ਅੰਦਰ ਕੱਚੇ ਧਨ ਦਾ ਖਜ਼ਾਨਾ ਹੈ, ਇਹ ਨਾ ਤਾਂ ਨਾਲ ਦਿਵਦਾ ਤੇ ਨਾ ਹੀ ਜੀਵ ਦੇ ਸਾਥ ਜਾਂਦਾ ਹੈ, ਕਦੇ ਘਟ ਜਾਂਦਾ, ਕਦੇ ਵੱਧ ਜਾਂਦਾ ਹੈ। ਇਸ ਪ੍ਰਕਾਰ ਪਰ ਫਿਰ ਵੀ ਮਹਾਰਾਜ ਕਹਿੰਦੇ ਬੇਸਮਝ ਜਗਤ ਦੇ ਜੀਵ ਇਹਨੂੰ ਇਕੱਤਰ ਹੀ ਕਰਦੇ ਰਹਿੰਦੇ ਹੈ। ਇਹ ਪਤਾ ਵੀ ਹੈ ਕਿ ਨਾਲ ਜਾਣਾ ਨਹੀਂ, ਪਰ ਕੇਵਲ ਕਹਿਣੀ ਮਾਤਰ ਜੀਵ ਬਾਰ-ਬਾਰ ਕਹੀ ਜਾਂਦਾ ਹੈ ਕਿ ਕੱਚਾ ਧਨ ਹੈ, ਇਸ ਸੰਸਾਰ ਦੇ ਵਿੱਚ ਹੀ ਰਹਿ ਜਾਣਾ। ਪਰਮੇਸ਼ਰ ਦੇ ਨਾਮ ਦੇ ਖਜ਼ਾਨੇ ਨੂੰ ਕਦੇ ਵੀ ਇਕੱਠਾ ਨਹੀਂ ਕਰਨ ਦਾ ਸੋਚਦਾ ਤੱਕ ਵੀ ਨਹੀਂ ਹੈ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਤਿਗੁਰੂ ਜੀ ਕਹਿੰਦੇ ਹਨ ਕਿ ਬਿਕ ਜ਼ਹਿਰ ਦੀ ਤਰ੍ਹਾਂ ਇਹ ਦੁਨੀਆ ਦਾ ਜਿਹੜਾ ਮਾਇਕੀ ਧਨ ਹੈ, ਇਹਨੂੰ ਜਾਣਨਾ ਕਰਕੇ ਇੱਕ ਜ਼ਹਿਰ ਦੀ ਤਰ੍ਹਾਂ ਹੈ।
ਭਾਵੇਂ ਕਿੰਨਾ ਵੀ ਸੁਖਦਾਇਕ ਹੈ, ਸੰਸਾਰ ਦੇ ਅੰਦਰ ਸੁਖ ਦਿੰਦਾ ਹੈ, ਪਰ ਜੇ ਇਹਦੇ ਵਿੱਚ ਹੀ ਜੀਵਨ ਪਰਯੰਤ ਆਪਣੇ ਚਿਰ ਦੀ ਬਿਰਤੀ ਨੂੰ ਲਗਾ ਕੇ ਰੱਖੇਗਾ, ਅੰਤ ਸਮੇਂ ਫਿਰ ਜ਼ਹਿਰ ਰੂਪ ਇਹਨੇ ਬਣ ਜਾਣਾ ਹੈ। ਜ਼ਹਿਰ ਦੀ ਤਰ੍ਹਾਂ ਫਿਰ ਤੈਨੂੰ ਬਾਰ-ਬਾਰ ਸੰਸਾਰ ਦੇ ਅੰਦਰ ਮੌਤ ਦੇ ਮੂੰਹ ਦੇ ਵਿੱਚ ਪੈਣਾ ਪਵੇਗਾ। ਇਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਗੁਰਮਤਿ ਦੁਆਰਾ ਪਰਮੇਸ਼ਰ ਦਾ ਨਾਮ ਰੂਪੀ ਸੱਚਾ ਧਨ ਪ੍ਰਾਪਤ ਹੁੰਦਾ ਹੈ। ਕੱਚਾ ਧਨ ਇਹ ਖਜ਼ਾਨਾ ਬਾਰ-ਬਾਰ ਚਲਾ ਜਾਂਦਾ, ਫੇਰ ਆ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਖਾਤ ਖਰਚਤ ਬਿਰਚਤ ਰਹੇ। ਗੁਰਮੁਖ ਪਿਆਰੇ ਜੋ ਬੰਦਗੀ ਕਰਨ ਵਾਲੇ ਹਨ, ਆਪ ਖਾਂਦੇ ਭਾਵ ਨਾਮ ਜਪਦੇ ਹੈ। ਖਰਚਦੇ ਕੀ ਹੈ? ਜੀਵਾਂ ਨੂੰ ਪ੍ਰੇਰਿਤ ਕਰਕੇ ਨਾਮ ਦਾ ਖਜ਼ਾਨਾ ਵੰਡਦੇ ਹਨ। ਤੇ ਬਿਲਸ਼ਤ ਕੀ ਹਨ? ਪਰਮੇਸ਼ਰ ਦੇ ਨਾਮ ਰੂਪੀ ਖਜ਼ਾਨੇ ਨੂੰ ਜਿਹੜੇ ਸੰਸਾਰ ਦੇ ਕੋਈ ਪਤਿਤ ਜੀਵ ਹਨ, ਪਾਪੀ ਜੀਵ ਹਨ, ਉਹਨਾਂ ਦਾ ਭਲਾ ਕਰਨ ਵਾਸਤੇ ਵੀ ਉਹਨਾਂ ਨੂੰ ਖਜ਼ਾਨਾ ਦੇ ਦਿੰਦੇ ਹੈ। ਅਕਿਰਤ ਘਣ ਜੀਵਾਂ ਨੂੰ ਵੀ ਪ੍ਰੇਰਿਤ ਕਰ ਕਰਕੇ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦੇ ਹੈ। ਬੰਦਗੀ ਕਰਨ ਦੇ ਵੱਲ ਪ੍ਰੇਰਿਤ ਕਰਕੇ ਲਗਾ ਦਿੰਦੇ ਹਨ। ਤੇ ਬਿਲਸ਼ਰ ਦਾ ਆਖਰੀ ਅਰਥ ਸਾਧ ਸੰਗਤ ਜੀ ਕੌਤਕ ਵੀ ਹੈ। ਇਹ ਆਪ ਜਪੈ ਅਵਰਹ ਨਾਮ ਜਪਾਵੈ। ਐਸਾ ਗੁਰਮੁਖਾਂ ਦਾ ਜੀਵਨ, ਆਪ ਨਾਮ ਜਪਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦੇ ਹੈ ਤੇ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਦਾ ਹਰ ਸਮੇਂ ਕੌਤਕ ਦੇਖਦੇ ਰਹਿੰਦੇ ਹਨ। ਕਿੰਨਾ ਮਹਾਨ ਕੌਤਕ ਹੈ ਵਾਹਿਗੁਰੂ ਜੀ ਦੇ ਨਾਮ ਦਾ। ਐਸਾ ਗੁਰਮੁਖਾਂ ਦਾ ਜੀਵਨ ਹੈ। ਟੂਟ ਨਾ ਜਾਹੇ ਭੰਡਾਰ। ਮਹਾਰਾਜ ਕਹਿੰਦੇ ਐਸਾ ਭਗਤੀ ਦਾ ਭੰਡਾਰਾ ਅਮੋਲਕ ਖਜ਼ਾਨਾ ਹੈ, ਨਾ ਤਾਂ ਕਦੇ ਘਟਦਾ ਹੈ ਤੇ ਨਾ ਹੀ ਕਿਤੇ ਜੀਵ ਨੂੰ ਸਾਥ ਛੱਡ ਕਰਕੇ ਕਿਤੇ ਜਾਂਦਾ ਹੈ। ਟੂਟ ਨਾ ਜਾਹੇ ਭੰਡਾਰ, ਘਟਦਾ ਨਹੀਂ ਭਗਤੀ ਦਾ ਭੰਡਾਰਾ, ਨਾ ਕਦੇ ਤੋਟ ਆਉਂਦੀ ਹੈ, ਕਦੇ ਟੁੱਟਦਾ ਵੀ ਨਹੀਂ ਹੈ। ਐਸਾ ਮਹਾਰਾਜ ਸਾਹਿਬ ਜੀ ਨੇ ਭਗਤੀ ਦਾ ਨਾਮ ਦਾ ਖਜ਼ਾਨਾ ਬਖਸ਼ਿਆ ਹੈ। ਹਰ ਹਰ ਜਪਤ ਅਨੇਕ ਜਨ। ਅਨੇਕਾਂ ਪਰਮੇਸ਼ਰ ਦੇ ਪਿਆਰੇ ਜਨ ਪ੍ਰਮਾਤਮਾ ਦਾ ਨਾਮ ਜਪ ਰਹੇ ਹਨ। ਸਾਰੀ ਲੋਕਾਈ ਹੀ ਪ੍ਰਮਾਤਮਾ ਦਾ ਚਿੰਤਨ ਕਰ ਰਹੀ ਹੈ, ਪਰ ਅਗਿਆਤ ਹੋਣੇ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਜਦੋਂ ਤੱਕ ਜੀਵ ਨੂੰ ਗਿਆਨ ਨਹੀਂ ਹਿਰਦੇ ਅੰਦਰ ਪ੍ਰਾਪਤ ਹੁੰਦਾ, ਭਾਵੇਂ ਜੀਵਨ ਪਰਯੰਤ ਪਰਮੇਸ਼ਰ ਦਾ ਸਿਮਰਨ ਕਰਦਾ ਰਹੇ, ਨਾਮ ਜਪਦਾ ਰਹੇ, ਪ੍ਰਮਾਤਮਾ ਨੂੰ ਚੇਤੇ ਕਰਦਾ ਰਹੇ, ਉਦੋਂ ਤੱਕ ਮੁਕਤ ਨਹੀਂ ਕਦੇ ਸੰਸਾਰ ਤੋਂ ਹੋ ਸਕਦਾ। ਨਾਮ ਜਪਣਾ ਵੀ ਸਾਧ ਸੰਗਤ ਜੀ ਅਮੋਲਕ ਦਾਤ ਹੈ, ਬਿਨਾਂ ਭਾਗਾਂ ਤੋਂ ਨਹੀਂ ਜੀਵਨ ਦੇ ਵਿੱਚ ਪ੍ਰਾਪਤ ਹੋ ਸਕਦਾ। ਪਰ ਗਿਆਨ ਦੀ ਪ੍ਰਾਪਤੀ ਹੋਣੀ ਇਹ ਸਭ ਤੋਂ ਸ਼੍ਰੋਮਣੀ ਭਾਗਾਂ ਦੀ ਨਿਸ਼ਾਨੀ ਹੈ। ਜਦੋਂ ਤੱਕ ਮਨੁੱਖ ਦੇ ਹਿਰਦੇ ਅੰਦਰ ਗਿਆਨ ਨਹੀਂ ਪ੍ਰਾਪਤ ਹੁੰਦਾ, ਹਿਰਦੇ ਅੰਦਰ ਪ੍ਰਕਾਸ਼ ਨਹੀਂ ਹੋਵਣਾ ਕਰਦਾ, ਉਦੋਂ ਤੱਕ ਮਨੁੱਖ ਨਾਮ ਤਾਂ ਜਪਦਾ, ਭਾਵੇਂ ਸਿਮਰਨ ਤਾਂ ਕਰੀ ਜਾਂਦਾ, ਪਰ ਕੀਤੇ ਹੋਏ ਸਿਮਰਨ ਦਾ, ਜਪੇ ਹੋਏ ਨਾਮ ਦਾ ਨਾਲ ਨਾਲ ਹੰਕਾਰ ਵੀ ਕਰਦਾ ਹੈ। ਉਹਨੂੰ ਸਾਂਭ ਕਰਕੇ ਰੱਖਣਾ ਆਤਮਾ ਨੂੰ ਭਾਵੇਂ ਖੁਰਾਕ ਦੇ ਦਿੰਦਾ, ਪਰ ਪਹੁੰਚਾਉਣ ਦੀ ਸਮਝ ਨਹੀਂ ਅਜੇ ਤੱਕ ਆਈ। ਜਿਵੇਂ ਅਗਿਆਤ ਮਨੁੱਖ ਹੋਵੇ, ਭਾਰੀ ਖੁਰਾਕ ਖਾਈ ਜਾਵੇ, ਪਤਾ ਹੀ ਨਾ ਹੋਵੇ ਕਿ ਇਹਨੂੰ ਮੈਂ ਪਹੁੰਚਾਉਣਾ ਵੀ ਹੈ, ਕਿਸ ਢੰਗ ਦੇ ਨਾਲ ਇਹਨੂੰ ਮੈਂ ਪਹੁੰਚਾਵਾਂ। ਜੇ ਪਹੁੰਚਾਵਾਂਗਾ ਤਾਂ ਮੇਰੇ ਸਰੀਰ ਦੇ ਵਾਸਤੇ ਸੁਖਦਾਇਕ ਹੋਵੇਗੀ, ਲਾਭਦਾਇਕ ਹੋਵੇਗੀ, ਨਹੀਂ ਤਾਂ ਇਹਨੇ ਮੇਰੇ ਸਰੀਰ ਨੂੰ ਖਰਾਬ ਕਰਨਾ, ਹਾਨੀ ਪਹੁੰਚਾ ਦੇਣੀ ਹੈ। ਪਰ ਮਹਾਰਾਜ ਕਹਿੰਦੇ ਐਸੀ ਦਾਤ ਗਿਆਨ ਕਰਕੇ ਹੀ ਪ੍ਰਾਪਤ ਹੁੰਦੀ ਹੈ। ਅਗਿਆਤ ਮਨੁੱਖ ਭਾਵੇਂ ਨਾਮ ਰੂਪੀ ਖੁਰਾਕ ਤਾਂ ਆਪਣੀ ਆਤਮਾ ਨੂੰ ਦਿੰਦਾ ਪਿਆ, ਪਰ ਪਹੁੰਚਾਉਣ ਦਾ ਹੀ ਪਤਾ ਨਹੀਂ ਕਿਸ ਢੰਗ ਦੇ ਨਾਲ ਨਿਮਰਤਾਵਾਨ ਹੋ ਕਰਕੇ ਵਾਹਿਗੁਰੂ ਦੇ ਨਾਮ ਦੀ ਬੰਦਗੀ ਦੀ ਖੁਰਾਕ ਨੂੰ ਪਹੁੰਚਾਉਣਾ ਵੀ ਹੈ, ਇਸ ਸ਼ਕਤੀ ਨੂੰ ਜਰ ਕਰਕੇ ਰੱਖਣਾ ਵੀ ਹੈ। ਇਸ ਗੱਲੋਂ ਅਗਿਆਤ ਹੋਣੇ ਕਰਕੇ ਜੀਵ ਸੰਸਾਰ ਦੇ ਬੰਧਨਾਂ ਵਿੱਚ ਬੱਝਾ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਅਨੇਕਾਂ ਭਾਵੇਂ ਸੰਸਾਰ ਦੇ ਜੀਵ ਪਰਮੇਸ਼ਰ ਦਾ ਨਾਮ ਜਪ ਰਹੇ ਹਨ, ਨਾਨਕ ਨਾਹਿ ਸੁਮਾਰ। ਹਜੂਰ ਕਹਿੰਦੇ ਕਿ ਉਹਨਾਂ ਦਾ ਕੋਈ ਅੰਤ ਨਹੀਂ ਹੈ। ਸੁਮਾਰ ਐਸੇ ਬੇਸ਼ੁਮਾਰ ਸੰਸਾਰ ਦੇ ਜੀਵ ਹੈ, ਬੇਸ਼ੁਮਾਰ, ਅਥਾਹ, ਅਗਨਤ, ਅਤੁੱਲ ਹੈ। ਜੋ ਵਾਹਿਗੁਰੂ ਜੀ ਦਾ ਸਰੂਪ ਬੇਸ਼ੁਮਾਰ ਹੈ, ਗਿਣਨੇ ਤੋਂ ਰਹਿਤ ਹੈ, ਤੋਲਣੇ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਵੀ ਬੇਅੰਤ ਪ੍ਰਮਾਤਮਾ ਦਾ ਨਾਮ ਜਪ ਰਹੇ ਹੈ।
ਹਰ ਇੱਕ ਜੀਵ ਯਤਨ ਕਰਦਾ ਹੈ, ਪਰ ਕੋਈ ਵਿਰਲਾ ਹੀ ਗੁਰਮੁਖ ਹੁੰਦਾ ਜਿਸ ਹਿਰਦੇ ਅੰਦਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਗਿਆਨ ਦੁਆਰਾ ਹੀ ਮਨ ਟਿਕਾਇਆ ਜਾ ਸਕਦਾ ਹੈ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਸਤਿਗੁਰੂ ਜੀ ਤੋਂ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਜੀ ਦਾ ਉਪਦੇਸ਼, ਗੁਰੂ ਸਿੱਖਿਆ ਨੂੰ ਜੀਵਨ ਦੇ ਵਿੱਚ ਧਾਰਨ ਕਰਨੇ ਕਰਕੇ ਉਹ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਮਨੁੱਖ ਗਿਆਨ ਦੀ ਪ੍ਰਾਪਤੀ ਲਈ ਸੰਸਾਰ ਦੇ ਬਹੁਤ ਸਾਰੇ ਅਦਾਰਿਆਂ ਤੇ ਦਰ-ਦਰ ਤੇ ਭਟਕਦਾ ਫਿਰਦਾ ਹੈ, ਪਰ ਜੋ ਪਰਮ ਗਿਆਨ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਗਿਆਨ ਹੈ, ਉਹ ਪੂਰੇ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਮਿਲ ਸਕਦਾ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ, ਨਾਨਕ ਨਾਹੀ ਸੁਮਾਰ ਕੋਈ ਅੰਤ ਹੀ ਨਹੀਂ ਹੈ, ਬੇਅੰਤ ਤਮਾਮ ਸੰਸਾਰ ਭਰ ਦੇ ਜੀਵ ਨਾਮ ਜਪ ਰਹੇ ਹੈ, ਐਸਾ ਨਾਮ ਦਾ ਖਜ਼ਾਨਾ ਹੈ। ਪੌੜੀ ਖੱਖਾ ਖੂਨਾ ਕਛ ਨਹੀਂ। ਸਤਿਗੁਰੂ ਜੀ ਪਹਿਲਾ ਸ਼ਲੋਕ ਮੂਲ ਰੂਪ ਦੇ ਵਿੱਚ ਉਚਾਰਨ ਕਰਕੇ ਹੁਣ ਪੌੜੀ ਵਿੱਚ ਵਿਸਥਾਰ ਕਰ ਰਹੇ ਹਨ। ਖੱਖੇ ਅੱਖਰ ਦੁਆਰਾ ਮਹਾਰਾਜ ਜੀ ਉਪਦੇਸ਼ ਦੇ ਰਹੇ ਹੈ। ਐ ਗੁਰਸਿੱਖੋ, ਪਰਮੇਸ਼ਰ ਦੇ ਨਾਮ ਰੂਪ ਖਜ਼ਾਨੇ ਦੇ ਵਿੱਚ ਕਦੇ ਵੀ ਕੋਈ ਘਾਟਾ ਨਹੀਂ ਪੈਣ ਵਾਲਾ। ਖੱਖਾ ਖੂਨਾ ਕਛ ਨਹੀਂ, ਖੂਨਾ ਕਹਿੰਦੇ ਨੇ ਘਟਣੇ ਨੂੰ, ਖੂਨਾ ਕਹਿੰਦੇ ਨੇ ਸਾਧ ਸੰਗਤ ਜੀ ਖਜ਼ਾਨੇ ਵਿੱਚ ਘਾਟਾ ਪੈਣੇ ਨੂੰ। ਪਰ ਮਹਾਰਾਜ ਕਹਿੰਦੇ ਬੰਦਗੀ ਦਾ ਐਸਾ ਅਮੋਲ ਖਜ਼ਾਨਾ ਹੈ, ਅਮੁੱਕ ਖਜ਼ਾਨਾ ਹੈ, ਅਖੁੱਟ ਖਜ਼ਾਨਾ ਹੈ, ਕਦੇ ਵੀ ਖੁੱਟਣ ਵਾਲਾ ਨਹੀਂ ਹੈ, ਕਦੇ ਵੀ ਘਟਦਾ ਨਹੀਂ ਹੈ। ਤਿਸ ਸਮਰਥ ਕਾ ਪਾਹੇ। ਪਰ ਇਹ ਸਮਰੱਥ ਪਰਮਾਤਮਾ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਨਾਮ ਦਾ ਖਜ਼ਾਨਾ ਮਿਲਦਾ ਹੈ। ਜੋ ਦੇਣਾ ਸੋ ਦੇ ਰਹਿਓ। ਪਰਮਾਤਮਾ ਜਿਸ ਜੀਵ ਨੂੰ ਦੇਣਾ ਚਾਹੇ ਉਸ ਨੂੰ ਦੇ ਕਰਕੇ ਹੀ ਰਹਿੰਦਾ ਹੈ। ਭਾਵੇਂ ਕੋਈ ਲੱਖਾਂ ਯਤਨ ਕਰ ਲਵੇ ਕਿ ਇਹਨੂੰ ਨਾਮ ਦੀ ਦਾਤ ਨਹੀਂ ਮਿਲਣੀ ਚਾਹੀਦੀ, ਕੋਈ ਵਿਘਨ ਪਾਉਣ ਦਾ ਯਤਨ ਕਰ ਲਵੇ, ਕੋਈ ਨਾ ਕੋਈ ਰੁਕਾਵਟਾਂ ਪਾਉਣੇ ਦਾ ਯਤਨ ਕਰ ਲਵੇ, ਪਰ ਹਜ਼ੂਰ ਕਹਿੰਦੇ ਹਨ ਜੋ ਦੇਣਾ ਸੋ ਦੇ ਰਹਿਓ। ਪਰਮਾਤਮਾ ਨੇ ਜਿਸ ਹਿਰਦੇ ਅੰਦਰ ਭਗਤੀ ਦੇ ਨਾਮ ਦੇ ਖਜ਼ਾਨੇ ਦੀ ਦਾਤ ਦੇਣੀ ਆ, ਉਹ ਦੇ ਕਰਕੇ ਹੀ ਰਹਿੰਦਾ ਹੈ, ਕਿਸੇ ਨਾ ਕਿਸੇ ਬਹਾਨੇ ਦੇ ਹੀ ਦਿੰਦਾ ਹੈ। ਲੱਖਾਂ ਕੋਈ ਯਤਨ ਕਰ ਲਵੇ ਕਾਰਜਾਂ ਵਿੱਚ ਵਿਘਨੇ ਪਾਉਣੇ ਦਾ ਵੀ, ਦੁਨਿਆਵੀ ਦਾਤ ਵੀ, ਸਾਧ ਸੰਗਤ ਜੀ ਪਰਮਾਤਮਾ ਜਿਸ ਜੀ ਨੂੰ ਦੇਣੀ ਚਾਹੇ ਉਹ ਦੇ ਹੀ ਦਿੰਦਾ ਹੈ। ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੌਜ ਹੈ, ਪਰਮਾਤਮਾ ਦਾ ਹੁਕਮ ਹੈ, ਪਰਮੇਸ਼ਰ ਜੀ ਦੀ ਵਡਿਆਈ ਹੈ। ਭਾਵੇਂ ਸੰਸਾਰ ਦੇ ਜੀਵ ਕਈ ਵਾਰ ਕਿੰਨਾ ਯਤਨ ਕਰਦੇ ਹਨ ਕਿ ਇਹ ਦਾਤ ਇਹਨੂੰ ਨਹੀਂ ਮਿਲਣੀ ਚਾਹੀਦੀ, ਪਰ ਧੁਰੋਂ ਪਰਮਾਤਮਾ ਨੇ ਜੋ ਦਾਤ ਦੇ ਕਰਕੇ ਜੀਵ ਨੂੰ ਬਖਸ਼ਿਸ਼ ਕੀਤੀ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਸਾਧ ਸੰਗਤ ਜੀ, ਪ੍ਰਿਥੀ ਚੰਦ ਜੀ ਨੇ ਕਿੰਨਾ ਯਤਨ ਕੀਤਾ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤੋਂ ਗੁਰਿਆਈ ਦੀ ਦਾਤ ਪ੍ਰਾਪਤ ਕਰਨੇ ਦਾ। ਇਹ ਜੋ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਮੇਰੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਸਾਹਿਬ ਨੂੰ ਇਹ ਦਾਤ ਦੇ ਗਏ ਹੈ, ਤੇ ਮੈਂ ਕੋਈ ਨਾ ਕੋਈ ਯਤਨ ਕਰਾਂ। ਰਾਜੇ ਦਰਬਾਰੇ ਕਚਹਿਰੀਆਂ ਦੇ ਵਿੱਚ ਬਾਦਸ਼ਾਹ ਦੇ ਕੋਲ ਜਾ ਕੇ ਪੇਸ਼ ਹੋ ਕੇ ਵੀ ਯਤਨ ਕਰ ਕਰਕੇ ਥੱਕ ਹਾਰ ਗਿਆ, ਪਰ ਨਹੀਂ ਕੋਈ ਵਾਹ ਪੇਸ਼ ਨਹੀਂ ਚੱਲੀ। ਤੇ ਫਿਰ ਇੱਥੋਂ ਤੱਕ ਕਿ ਮਹਾਰਾਜ ਸਾਹਿਬ ਜੀ ਦੇ ਘਰ ਦੇ ਵਿੱਚ ਜੋ ਕਹਿੰਦਾ ਸੀ ਇਹਨਾਂ ਘਰ ਕਿਹੜਾ ਕੋਈ ਔਲਾਦ ਹੋਣੀ ਹੈ, ਇਹਨਾਂ ਨੇ ਇਵੇਂ ਔਂਤਰੇ ਹੀ ਸੰਸਾਰ ਤੋਂ ਤੁਰ ਜਾਣਾ ਹੈ, ਇੱਦਾਂ ਦੇ ਲਫ਼ਜ਼ ਬੋਲਦਾ ਸੀ ਬਾਬਾ ਪ੍ਰਿਥੀ ਚੰਦ। ਪਰ ਗਰੀਬ ਨਵਾਜ ਸਤਿਗੁਰੂ ਜੀ ਘਰ ਦੇ ਵਿੱਚ ਕਿਹੜੀ ਕੋਈ ਘਾਟ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੇ ਘਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਤੇ ਸਾਧ ਸੰਗਤ ਜੀ, ਫਿਰ ਕਿਹੜਾ ਕੋਈ ਯਤਨ ਕਰਨੋਂ ਹਟ ਗਏ ਸੀ ਪ੍ਰਿਥੀ ਚੰਦ ਜੀ। ਬਹੁਤ ਯਤਨ ਕੀਤੇ, ਕਿਧਰੇ ਦਾਈ ਦੇ ਆਸਨਾਂ ਨੂੰ ਜ਼ਹਿਰ ਲਾ ਕਰਕੇ ਭੇਜਿਆ, ਕਿਧਰੇ ਖਿਡਾਵੇ ਨੂੰ ਸਾਧ ਸੰਗਤ ਜੀ ਜੋ ਸਪੇਰੇ ਨੂੰ ਸੱਪ ਦੇ ਕਰਕੇ ਲਾਲਚ ਦੇ ਕਰਕੇ ਭੇਜਿਆ, ਕਿਧਰੇ ਖਿਡਾਵੇ ਨੂੰ ਕਿਹਾ ਕਿ ਦਹੀਂ ਦੇ ਵੀ ਜ਼ਹਿਰ ਪਾ ਕਰਕੇ ਮਿਲਾ ਕੇ ਖਵਾ ਦੇ, ਤੇਰੇ ਤੇ ਕਿਹੜਾ ਕਿਸੇ ਨੇ ਕੋਈ ਸ਼ੱਕ ਕਰਨਾ। ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਉਹ ਗੁਰਿਆਈ ਦੀ ਦਾਤ ਨਹੀਂ ਸੀ ਪ੍ਰਾਪਤ ਕਰ ਸਕਿਆ। ਪਹਿਲਾਂ ਆਪ ਦਾਅਵਾ ਕਰਦਾ ਸੀ ਕਿ ਮੈਨੂੰ ਇਹ ਮਿਲਣੀ ਹੈ, ਮੇਰੇ ਤੋਂ ਬਿਨਾਂ ਕੋਈ ਨਹੀਂ ਗੁਰਤਾ ਗੱਦੀ ਨੂੰ ਸਾਂਭਣ ਵਾਲਾ। ਜੇ ਆਪਣਾ ਸਮਾਂ ਲੰਘ ਗਿਆ ਤੇ ਫਿਰ ਕਹਿੰਦਾ ਮੇਰਾ ਪੁੱਤਰ ਜੋ ਮਿਹਰਬਾਨ ਹੈ ਉਹ ਇਸ ਦਾਤ ਨੂੰ ਪ੍ਰਾਪਤ ਕਰ ਲਵੇਗਾ। ਪਰ ਮਹਾਰਾਜ ਹਜ਼ੂਰ ਕਹਿੰਦੇ ਇਹ ਧੁਰੋਂ ਹੀ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਹੈ।
ਮਨੁੱਖ ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰਦਾ ਰਹੇ, ਜਿਸ ਕਰਮਾਂ ਵਿੱਚ ਪਰਮਾਤਮਾ ਨੇ ਇਹ ਦਾਤ ਲਿਖੀ ਹੈ ਨਾ, ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ। ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਜੋ ਦੇਣਾ ਸੋ ਦੇ ਰਹੇ ਹੋ। ਪਰਮਾਤਮਾ ਜਿਸ ਨੂੰ ਦਾਤ ਦੇਣੀ ਚਾਹੇ ਉਹ ਦੇ ਕਰਕੇ ਹੀ ਰਹਿੰਦਾ ਹੈ। ਭਾਵੈ ਤਹ ਤਹ ਜਾਹੇ। ਭਾਵੇਂ ਕੋਈ ਮਨੁੱਖ ਕਿਸੇ ਵੀ ਥਾਂ ਤੇ ਕਿਤੇ ਕਿਤੇ ਵੀ ਜਾ ਕਰਕੇ ਦੇਖ ਲਵੇ, ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਾ ਜਾਵੇ, ਜਾ ਕਰਕੇ ਦੇਖ ਲਵੇ, ਥੱਕ ਹਾਰ ਜਾਵੇਗਾ, ਪਰ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਅਮੋਲਕ ਦਾਤ ਨਹੀਂ ਪ੍ਰਾਪਤ ਕਰ ਸਕਦਾ। ਐਸੀ ਵਾਹਿਗੁਰੂ ਦੀ ਵਡਿਆਈ ਹੈ, ਪਰਮਾਤਮਾ ਦੀ ਮਿਹਰ ਹੈ। ਮਹਾਰਾਜ ਕਹਿੰਦੇ ਭਾਵੈ ਤਹ ਜਾਏ, ਸੰਸਾਰ ਦੇ ਕਿਸੇ ਵੀ ਕੋਨੇ ਤੇ ਜਾ ਕਰਕੇ ਦੇਖ ਲੈ, ਐ ਜੀਵ ਵਿਣ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਬਿਨਾਂ ਕਰਮਾਂ ਤੋਂ ਅਮੋਲਕ ਦਾਤ ਨਹੀਂ ਪ੍ਰਾਪਤ ਹੋ ਸਕਦੀ। ਜਿੰਨਾ ਮਰਜ਼ੀ ਮਨੁੱਖ ਭੱਜ ਦੌੜ ਕਰ ਕਰਕੇ ਦੇਖ ਲਵੇ, ਜਿੰਨਾ ਮਰਜ਼ੀ ਯਤਨ ਕਰ ਕਰਕੇ ਦੇਖ ਲਵੇ, ਪਰ ਸਤਿਗੁਰੂ ਜੀ ਕਹਿੰਦੇ ਬਿਨਾਂ ਕਰਮਾਂ ਤੋਂ, ਭਾਗਾਂ ਤੋਂ ਦਾਤ ਨਹੀਂ ਪ੍ਰਾਪਤ ਹੁੰਦੀ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਐ ਪ੍ਰਾਣਾ ਧਾਰੀ ਜੀਵ ਭਾਵੈ ਤਹ ਜਾਏ, ਕਿਸੇ ਵੀ ਥਾਂ ਤੇ ਭਟਕ ਕਰਕੇ ਦੇਖ ਲੈ, ਜੋ ਅਮੋਲਕ ਦਾਤ ਮਹਾਰਾਜ ਜੀ ਦੀ ਬਖਸ਼ੀ ਹੋਈ ਹੈ ਨਾ, ਇਹਨੂੰ ਕੋਈ ਟਾਲ ਨਹੀਂ ਸਕਦਾ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਖਰਚ ਖਜ਼ਾਨਾ ਨਾਮ ਧਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ ਕਿ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਹੈ। ਇਹਨੂੰ ਜਿੰਨਾ ਮਰਜ਼ੀ ਮਨੁੱਖ ਖਰਚੀ ਜਾਣਾ ਕਰੇ, ਜੀਵਨ ਦੇ ਅੰਦਰ ਜਿੰਨਾ ਮਰਜ਼ੀ ਪਿਆਰ ਦੇ ਵਿੱਚ ਭਿੱਜ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਕਰੇ। ਯਾ ਭਗਤਨ ਕੀ ਰਾਸ। ਇਹ ਜਾਣਨਾ ਕਰੋ ਕਿ ਭਗਤ ਜਨਾਂ ਦੀ ਰਾਸੀ ਹੈ, ਪੂੰਜੀ ਹੈ। ਪਰਮਾਤਮਾ ਦੇ ਨਾਮ ਰੂਪੀ ਇਹ ਪੂੰਜੀ ਬਖਸ਼ੀ ਹੈ ਭਗਤਾਂ ਦੇ ਹਿਰਦੇ ਅੰਦਰ। ਸ਼ਰਧਾ ਰੂਪ ਪੂੰਜੀ ਧਾਰਨ ਕਰਕੇ ਪਰਮਾਤਮਾ ਦਾ ਨਾਮ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਗੁਰਮੁਖ ਪਿਆਰੇ ਭਗਤ ਜਨਾਂ ਨੇ ਹਿਰਦੇ ਘਰ ਦੇ ਵਿੱਚ ਸੰਭ ਕਰਕੇ ਰੱਖਿਆ ਹੈ। ਐਸਾ ਇਹ ਭਗਤੀ ਦਾ ਅਮੋਲਕ ਖਜ਼ਾਨਾ ਹੈ, ਐਸਾ ਅਖੁੱਟ ਪਰਮਾਤਮਾ ਦਾ ਨਾਮ ਖਜ਼ਾਨਾ ਹੈ। ਖਿਮਾ ਗਰੀਬੀ ਆਨੰਦ ਸਹਿਜ। ਕਿਉਂਕਿ ਸੰਸਾਰ ਦੇ ਅੰਦਰ ਕੋਈ ਕਿਸੇ ਨੂੰ ਖਜ਼ਾਨਾ ਮੰਨਦਾ, ਧਨ ਨੂੰ, ਕੋਈ ਪਦਾਰਥਾਂ ਨੂੰ, ਕੋਈ ਆਪਣੀ ਔਲਾਦ ਨੂੰ ਮੰਨਦਾ ਕਿ ਮੇਰੇ ਲਈ ਇਹੋ ਹੀ ਖਜ਼ਾਨਾ ਹੈ। ਪਰ ਮਹਾਰਾਜ ਕਹਿੰਦੇ ਜੋ ਭਗਤੀ ਕਰਨ ਵਾਲੇ ਭਗਤ ਹੁੰਦੇ ਆ, ਉਹਨਾਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ, ਉਹਨਾਂ ਦੀ ਪੂੰਜੀ ਵਾਹਿਗੁਰੂ ਦੀ ਬੰਦਗੀ ਹੈ, ਭਗਤੀ ਹੈ। ਔਰ ਜੀਵਨ ਦੇ ਵਿੱਚ ਨਿਮਰਤਾਵਾਨ ਹੋ ਕਰਕੇ ਰਹਿਣਾ, ਐਸਾ ਭਗਤਾਂ ਦੇ ਜੀਵਨ ਹੈ, ਐਸਾ ਗੁਰਮੁਖ ਪਿਆਰਿਆਂ ਦਾ ਜੀਵਨ ਹੈ। ਖਿਮਾ ਗਰੀਬੀ ਆਨੰਦ ਸਹਿਜ। ਖਿਮਾ ਧਾਰਨ ਕਰਕੇ ਰੱਖਣੀ, ਜੇ ਕਿਸੇ ਤੋਂ ਭੁੱਲ ਹੋ ਗਈ ਹੈ ਤੇ ਉਹਨੂੰ ਮੁਆਫ ਕਰ ਦੇਣਾ, ਜੇ ਕਿਸੇ ਕੋਲ ਕੋਈ ਗਲਤੀ ਹੋ ਗਈ ਹੈ ਉਹਨੂੰ ਖਿਮਾ ਕਰ ਦੇਣਾ, ਐਸਾ ਇਹ ਭਗਤਾਂ ਦਾ ਜੀਵਨ ਹੈ। ਇਹ ਨਹੀਂ ਹੈ ਕਿ ਕਿਸੇ ਨੇ ਗਲਤੀ ਕੀਤੀ ਤੇ ਉਹਨੂੰ ਮੁਆਫ ਹੀ ਨਹੀਂ ਕਰਨਾ। ਮਹਾਰਾਜ ਕਹਿੰਦੇ ਇਹ ਖਿਮਾ ਨੂੰ ਧਾਰਨ ਕਰਕੇ ਰੱਖਦੇ ਹੈ। ਫਿਰ ਦਇਆ ਵੀ ਧਾਰਨ ਕਰਕੇ ਰੱਖਦੇ, ਜੀਵਾਂ ਦੇ ਉੱਪਰ ਦਇਆ ਕਰਨੀ, ਐਸਾ ਨਾਮ ਜਪਣ ਵਾਲੇ ਬੰਦਗੀ ਕਰਨ ਵਾਲਿਆਂ ਦਾ ਜੀਵਨ ਹੈ। ਖਿਮਾ ਗਰੀਬੀ ਆਨੰਦ ਸਹਿਜ। ਫਿਰ ਸਹਿਜ ਗਿਆਨ ਦੀ ਸਿੱਧ ਹੋ ਕਰਕੇ ਆਨੰਦ ਪੂਰਵਕ ਹੋ ਕਰਕੇ ਰਹਿੰਦੇ ਹਨ। ਆਨੰਦ ਸਹਿਜ, ਸਹਿਜ ਸ਼ਾਂਤੀ ਮਨ ਦੇ ਅੰਦਰ ਧਾਰਨ ਕਰਕੇ ਰੱਖਦੇ ਹਨ। ਸਹਿਜ ਸੁਖ ਸਰੂਪ ਦੇ ਵਿੱਚ ਹਰ ਸਮੇਂ ਆਨੰਦ ਮਾਣਦੇ ਹਨ। ਜਪਤ ਰਹੇ ਗੁਣਤਾਸ। ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ, ਨਿਮਰਤਾ ਧਾਰਨ ਕਰਕੇ, ਜੀਵਾਂ ਦੇ ਉੱਪਰ ਖਿਮਾ ਧਾਰਨ ਕਰਕੇ, ਦਇਆ ਧਾਰਨ ਕਰਕੇ। ਐਸਾ ਗੁਰਮੁਖਾਂ ਦਾ ਜੀਵਨ ਹੈ। ਫਿਰ ਮਨ ਕਰਕੇ ਕਦੇ ਵੀ ਕਾਹਲੇ ਨਹੀਂ ਪੈਣਾ, ਮਨ ਕਰਕੇ ਕਦੇ ਵੀ ਕ੍ਰੋਧ ਨਹੀਂ ਧਾਰਨ ਕਰਨਾ, ਸ਼ਾਂਤੀ ਪੂਰਵਕ ਹੋ ਕਰਕੇ ਰਹਿਣਾ, ਕਾਲਾਪਨ ਮਨ ਦੇ ਵਿੱਚੋਂ ਅਭਾਵ ਕਰ ਦੇਣਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਪਤ ਰਹੇ ਗੁਣਤਾਸ। ਗੁਣਾਂ ਦੇ ਘਰ ਪਰਮੇਸ਼ਰ ਦਾ ਜਾਪ ਹੀ ਜਪਦੇ ਰਹਿੰਦੇ ਹਨ। ਖੇਲਹਿ ਬਿਗਸਹਿ ਆਨੰਦ ਸਿਓ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਮਹਾਰਾਜ ਕਹਿੰਦੇ ਭਗਤ ਜਨ ਖੇਡਦੇ ਐ, ਹਿਰਦੇ ਕਰਕੇ ਬਿਗਸਹਿ ਖਿੜੇ ਰਹਿੰਦੇ ਹਨ। ਹਿਰਦਾ ਕਮਲ ਉਹਨਾਂ ਦਾ ਖਿੜਿਆ ਹੀ ਰਹਿੰਦਾ ਹੈ। ਹਿਰਦਾ ਕਮਲ ਕਦੇ ਵੀ ਮੁਰਝਾਉਂਦਾ ਨਹੀਂ, ਕਿਉਂਕਿ ਕਮਲ ਦਾ ਫੁੱਲ ਉਦੋਂ ਮੁਰਝਾਉਂਦਾ ਹੈ, ਪੰਖੜੀਆਂ ਉਹਦੀਆਂ ਬੰਦ ਹੁੰਦੀਆਂ ਨੇ ਜਦੋਂ ਸੂਰਜ ਛਿਪ ਜਾਂਦਾ ਹੈ।
ਤੇ ਭਗਤਾਂ ਦੇ ਹਿਰਦੇ ਅੰਦਰ ਕਦੇ ਵੀ ਸਾਧ ਸੰਗਤ ਜੀ ਗਿਆਨ ਰੂਪੀ ਸੂਰਜ ਛਿਪਦਾ ਨਹੀਂ ਹੈ। ਅਵਿਦਿਆ ਰੂਪ ਰਾਤ ਪਵੇਗੀ ਤਾਂ ਹੀ ਗਿਆਨ ਰੂਪੀ ਸੂਰਜ ਛਪੇਗਾ। ਜਿਵੇਂ ਰਾਤ ਪਵੇ ਤੇ ਤਾਂ ਹੀ ਸੂਰਜ ਛਿਪਦਾ ਹੈ ਨਾ, ਇਸੇ ਤਰ੍ਹਾਂ ਜਦੋਂ ਅਵਿਦਿਆ ਰੂਪ ਰਾਤ ਪੈਂਦੀ ਹੈ ਨਾ ਹਿਰਦੇ ਰੂਪ ਆਕਾਸ਼ ਦੇ ਅੰਦਰ, ਉਦੋਂ ਗਿਆਨ ਰੂਪੀ ਸੂਰਜ ਛਿਪ ਜਾਂਦਾ ਹੈ। ਅਗਿਆਨ ਦਾ ਹਨੇਰਾ ਛਾ ਜਾਂਦਾ ਹੈ, ਕੁਝ ਵੀ ਨਜ਼ਰ ਨਹੀਂ ਆਉਂਦਾ। ਫਿਰ ਬੰਦਗੀ ਦਾ ਰਸਤਾ, ਪਰਮਾਰਥ ਦਾ ਰਸਤਾ ਇਹ ਜੀਵ ਨੂੰ ਨਹੀਂ ਦਿਸਦਾ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਭਗਤ ਜਨਾਂ ਦੇ ਹਿਰਦੇ ਰੂਪ ਆਕਾਸ਼ ਦੇ ਅੰਦਰ ਸਦਾ ਹੀ ਗਿਆਨ ਰੂਪੀ ਸੂਰਜ ਚੜ੍ਹਿਆ ਰਹਿੰਦਾ ਹੈ, ਜਿਸ ਕਰਕੇ ਉਹ ਪਰਮਾਤਮਾ ਨੂੰ ਹਰ ਸਮੇਂ ਯਾਦ ਰੱਖਦੇ ਹੈ। ਤੇ ਹਿਰਦਾ ਰੂਪ ਕਮਲ ਫਿਰ ਖਿੜਿਆ ਰਹਿੰਦਾ ਹੈ। ਜੋ ਮੁੰਦਰਾ, ਮੈਤਰੀ, ਉਪੇਖਿਆ ਆਦਿਕ ਇਹ ਸ਼ੁਭ ਗੁਣਾ ਰੂਪੀ ਪੰਖੜੀਆਂ ਦੇ ਸਹਿਤ ਹੋ ਕਰਕੇ ਹਿਰਦਾ ਕਮਲ ਖਿੜਿਆ ਰਹਿੰਦਾ ਹੈ, ਕਦੇ ਵੀ ਮੁਰਝਾਉਂਦਾ ਨਹੀਂ ਹੈ ਚਿੰਤਾਤੁਰ ਹੋ ਕਰਕੇ। ਹਿਰਦਾ ਰੂਪ ਕਮਲ ਕਦੇ ਵੀ ਸੰਸਾਰ ਦੇ ਸੋਗ ਚਿੰਤਾ ਦੇ ਵਿੱਚ ਹੋ ਕਰਕੇ ਮੁਰਝਾਉਂਦਾ ਨਹੀਂ, ਸਦਾ ਇੱਕ ਕਮਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਜਾ ਕਾ ਹੋਤ ਕਿਰਪਾਲ। ਫਿਰ ਪੜੋ। ਜਾ ਕਾ ਹੋਤ ਕਿਰਪਾਲ। हे ਮਹਾਰਾਜ ਜੀ, ਐਸੀ ਦਾਤ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾਲੂ ਹੋ ਜਾਂਦਾ ਹੈ। ਖੇਲਹਿ ਬਿਗਸਹਿ ਆਨੰਦ ਸਿਉ, ਉਹ ਆਨੰਦ ਸਰੂਪ ਦੇ ਸਿੱਧ ਹੋ ਕਰਕੇ ਜੋ ਹਿਰਦੇ ਕਰਕੇ ਖਿੜੇ ਰਹਿੰਦੇ ਹਨ ਤੇ ਪ੍ਰਮਾਤਮਾ ਦੇ ਕੌਤਕਾਂ ਨੂੰ ਦੇਖ ਕਰਕੇ ਸੰਸਾਰ ਦੀ ਖੇਡ ਦੇ ਵਿੱਚ ਪਰਚਦੇ ਨਹੀਂ ਹੈ, ਉਹ ਜਗਤ ਦੀ ਖੇਡ ਨੂੰ ਦੇਖਦੇ ਹੈ। ਜਿਵੇਂ ਮਹਾਰਾਜ ਜੀ ਦਾ ਬਚਨ ਆਇਆ ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਮੈਂ ਹਉ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਦਾ ਤਮਾਸ਼ਾ ਦੇਖਣ ਵਾਸਤੇ ਆਏ ਹਾਂ। ਕਹਿੰਦੇ ਸੀ ਪਰਮਾਤਮਾ ਦੇ ਅਕਾਲ ਪੁਰਖ ਦੇ ਦਾਸ ਹਾਂ। ਕਿਉਂਕਿ ਜਿਹੜਾ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਹੈ, ਉਹਦਾ ਸੰਸਾਰ ਦੇ ਅੰਦਰ ਤਮਾਸ਼ਾ ਬਣ ਜਾਂਦਾ ਹੈ। ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ, ਉਹਦਾ ਆਪਣਾ ਤਮਾਸ਼ਾ ਨਹੀਂ, ਉਹ ਸੰਸਾਰ ਦਾ ਤਮਾਸ਼ਾ ਦੇਖਦਾ ਹੈ। ਪਰ ਚੁੱਪਤਾ ਧਾਰਨ ਕਰਕੇ ਰੱਖਦਾ, ਕਿਸੇ ਔਗਣ ਨਹੀਂ ਚਤਾਰਦਾ, ਕਿਸੇ ਨੂੰ ਭਲਾ ਬੁਰਾ ਨਹੀਂ ਆਖਦਾ, ਉਹ ਕੇਵਲ ਵਾਹਿਗੁਰੂ ਦੇ ਬੰਦਗੀ ਕਰਦਾ ਰਹਿੰਦਾ ਹੈ। ਐਸਾ ਮਹਾਰਾਜ ਕਹਿੰਦੇ ਜਿਸ ਤੇ ਵਾਹਿਗੁਰੂ ਕਿਰਪਾਲੂ ਹੋ ਗਿਆ, ਉਸ ਪਰਮੇਸ਼ਰ ਪਿਆਰੇ ਨੂੰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਦਾਤ ਬਖਸ਼ੀ ਹੈ। ਸਦੀਵ ਗਨੀਵ ਸੁਹਾਵਨੇ। ਐਸੇ ਗੁਰਮੁਖ ਪਿਆਰੇ ਹਨ, ਸਦੀਵੀ ਕਾਲ ਦੇ ਗਨੀਵ ਕਹਿੰਦੇ ਨੇ ਪਾਤਸ਼ਾਹ ਨੂੰ। ਬਹੁਤ ਜ਼ਿਆਦਾ ਜਿਸ ਕੋਲ ਧਨ ਹੋਵੇ ਉਹਨੂੰ ਗਨੀਵ ਆਖਿਆ ਜਾਂਦਾ। ਸਦੀਵ ਗਨੀਵ ਸੁਹਾਵਨੇ। ਸੰਸਾਰ ਦੇ ਅੰਦਰ ਕਿਸੇ ਮਨੁੱਖ ਦੇ ਕੋਲ ਦੁਨਿਆਵੀ ਬਹੁਤਾ ਧਨ ਹੋਵੇ ਤੇ ਉਹਨੂੰ ਗਨੀਵ ਕਿਹਾ ਜਾਂਦਾ ਹੈ। ਇਹ ਮਨੁੱਖ ਬੜਾ ਵੱਡਾ ਧਨੀ ਹੈ, ਸ਼ਾਹੂਕਾਰ ਹੈ, ਬਹੁਤ ਵੱਡਾ ਧਨਾਢ ਪੁਰਸ਼ ਹੈ। ਪਰ ਮਹਾਰਾਜ ਕਹਿੰਦੇ ਪਰਮਾਤਮਾ ਦੀ ਨਜ਼ਰਾਂ ਵਿੱਚ ਉਹ ਗਨੀਵ ਹੈ, ਉਹ ਧਨੀ ਹੈ, ਉਹ ਸ਼ਾਹੂਕਾਰ ਹੈ ਜਿਸ ਕੋਲ ਪਰਮੇਸ਼ਰ ਦਾ ਨਾਮ ਰੂਪੀ ਧਨ ਇਕੱਤਰ ਕੀਤਾ ਹੈ। ਉਹ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਗਨੀਵ ਹੈ। ਦੁਨੀਆ ਦਾ ਧਨ ਇਕੱਤਰ ਕਰਨ ਵਾਲਾ ਦੁਨੀਆ ਦੇ ਨਜ਼ਰਾਂ ਦੇ ਵਿੱਚ ਗਨੀਵ ਹੈ, ਧਨੀ ਹੈ, ਸ਼ਾਹੂਕਾਰ ਹੈ। ਪਰ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਉਹ ਗਨੀਵ ਹੈ, ਮਹਾਰਾਜ ਕਹਿੰਦੇ ਜਿਸ ਕੋਲ ਵਾਹਿਗੁਰੂ ਦਾ ਬੰਦਗੀ ਦਾ ਖਜ਼ਾਨਾ ਹੈ। ਸਦੀਵ ਗਨੀਵ ਸੁਹਾਵਨੇ। ਸਦੀਵੀ ਕਾਲ ਵਾਸਤੇ ਉਹ ਸੋਭਾ ਵਾਲੇ ਬਣ ਗਏ ਹੈ। ਉਹ ਵਾਹਿਗੁਰੂ ਦੇ ਨਾਮ ਰੂਪ ਧਨ ਵਾਲੇ ਜਿਹੜੇ ਗਨੀਵ ਧਨੀ ਹਨ। ਰਾਮ ਨਾਮ ਗ੍ਰਹਿ ਮਾਲ। ਇਹ ਸਤਿਗੁਰੂ ਜੀ ਉਹਨਾਂ ਦੀ ਨਿਸ਼ਾਨੀ ਕੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ, ਰਾਮ ਨਾਮ ਗ੍ਰਹਿ ਮਾਲ। ਨਾਮ ਰੂਪੀ ਮਾਲ ਉਹਨਾਂ ਨੇ ਸੰਪਤੀ ਇਕੱਠੀ ਕੀਤੀ ਹਿਰਦੇ ਰੂਪੀ ਘਰ ਦੇ ਵਿੱਚ। ਜਿਵੇਂ ਕੋਈ ਬਹੁਤੇ ਮਹਿੰਗੇ ਮੁੱਲ ਵਾਲੀ ਵਡਮੁੱਲੀ ਕੋਈ ਦਾਤ ਕੋਈ ਵਸਤੂ ਹੋਵੇ ਤੇ ਸਾਧ ਸੰਗਤ ਜੀ ਉਹਨੂੰ ਸਾਂਭ ਕੇ ਰੱਖਿਆ ਜਾਂਦਾ। ਕੋਈ ਗਹਿਣਾ ਹੀ ਹੋਵੇ, ਹੀਰਾ ਕੋਈ ਜਵਾਹਰਾਤ ਹੋਵੇ, ਤੇ ਕਿਵੇਂ ਉਹਨੂੰ ਸੰਦੂਖਾਂ ਦੇ ਵਿੱਚ ਸਾਂਭ ਕੇ ਰੱਖਿਆ ਜਾਂਦਾ। ਕਿਤੇ ਚੋਰ ਚੁਰਾ ਕੇ ਨਾ ਲੈ ਜਾਵੇ, ਕੋਈ ਚੁੱਕ ਕੇ ਨਾ ਲੈ ਜਾਵੇ। ਇਹ ਮਹਾਰਾਜ ਕਹਿੰਦੇ ਗੁਰਮੁਖਾਂ ਦਾ, ਬੰਦਗੀ ਕਰਨ ਵਾਲਿਆਂ ਦਾ ਗਹਿਣਾ ਅਮੋਲਕ ਵਸਤੂ ਪਰਮਾਤਮਾ ਦਾ ਨਾਮ ਹੈ ਤੇ ਹਿਰਦੇ ਰੂਪ ਸੰਦੂਕ ਦੇ ਵਿੱਚ ਸਾਂਭ ਕੇ ਰੱਖਦੇ ਹੈ। ਕਿਧਰੇ ਪਰਮੇਸ਼ਰ ਦਾ ਨਾਮ ਸਾਨੂੰ ਵਿਸਰ ਗਿਆ ਤੇ ਵਿਕਾਰਾਂ ਰੂਪੀ ਚੋਰ ਕਿਤੇ ਚੱਕ ਕੇ ਨਾ ਲੈ ਜਾਣ, ਸੰਨ ਲਾ ਕਰਕੇ ਨਾ ਕਿਤੇ ਲੈ ਜਾਣ। ਇਸ ਪ੍ਰਕਾਰ ਕਦੇ ਵਾਹਿਗੁਰੂ ਦਾ ਨਾਮ ਹਿਰਦੇ ਵਿਸਾਰਦੇ ਨਹੀਂ ਹੈ, ਸਾਂਭ ਕਰਕੇ ਰੱਖਦੇ ਹੈ, ਕਰੜਾ ਪਹਿਰਾ ਦੇ ਕਰਕੇ ਰੱਖਦੇ ਹੈ।
ਕਿਧਰੇ ਵਿਕਾਰਾਂ ਰੂਪੀ ਔਗਣਾ ਰੂਪੀ ਚੋਰ ਨਾ ਕਿਤੇ ਸੰਨ ਲਾ ਲੈਣ। ਖੇਦ ਨਾ ਦੁਖ ਨਾ ਡਾਨ ਤਿਹ। ਤਿੰਨਾਂ ਗੁਰਮੁਖਾਂ ਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਖੇਦ ਕੋਈ ਕੋਤਾਹੀ ਨਹੀਂ ਹੈ, ਖੇਦ ਕੋਈ ਦੁੱਖ ਨਹੀਂ ਹੈ। ਖੇਦ ਨਾ ਦੁੱਖ ਨਾ ਡਾਨ ਤਿਹ। ਨਾ ਮਹਾਰਾਜ ਕਹਿੰਦੇ ਉਹਨਾਂ ਨੂੰ ਅਗਿਆਨ ਦਾ ਦੁੱਖ ਲੱਗਦਾ ਹੈ, ਨਾ ਉਹਨਾਂ ਗੁਰਮੁਖਾਂ ਬੰਦਗੀ ਕਰਨ ਵਾਲਿਆਂ ਨੂੰ ਜੰਮਣ ਮਰਨ ਦਾ ਦੁੱਖ ਲੱਗਦਾ ਹੈ, ਨਾ ਹੀ ਅਵਿਦਿਆ ਦੀ ਖੇਦ ਪੀੜਾ ਲੱਗਦੀ ਹੈ, ਨਾ ਹੀ ਜਮਾਂ ਦਾ ਕੋਈ ਡੰਨ ਲੱਗਦਾ ਹੈ। ਪਿਤਰ ਦੰਡ, ਲੋਕ ਦੰਡ, ਦੇਵ ਦੰਡ, ਜਮ ਦੰਡ, ਇਹ ਜਿੰਨੇ ਵੀ ਪ੍ਰਕਾਰ ਦੇ ਦੰਡ ਹੈ ਗੁਰਮੁਖਾਂ ਨੂੰ ਕਦੇ ਵੀ ਨਹੀਂ ਲੱਗਣਾ ਕਰਦੇ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਪਰਮਾਤਮਾ ਦੇ ਸਿਮਰਨ ਕਰਕੇ, ਵਾਹਿਗੁਰੂ ਦੀ ਬੰਦਗੀ ਦੇ ਪ੍ਰਤਾਪ ਕਰਕੇ ਨਾ ਕਿਸੇ ਪ੍ਰਕਾਰ ਦਾ ਕੋਈ ਡੰਨ ਲੱਗਦਾ ਹੈ, ਨਾ ਅਵਿਦਿਆ ਦੀ ਪੀੜਾ ਲੱਗਦੀ ਹੈ, ਤੇ ਨਾ ਹੀ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਦੁੱਖ ਲੱਗਦਾ ਹੈ। ਜਾ ਕਾ ਨਦਰ ਕਰੀ। ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਦੀ ਨਜ਼ਰ ਕੀਤੀ ਹੈ, ਕਿਹਨਾਂ ਨੂੰ ਕੋਈ ਡੰਨ ਨਹੀਂ ਲੱਗਦਾ, ਕੋਈ ਦੁੱਖ ਨਹੀਂ ਲੱਗਦਾ, ਅਵਿਦਿਆ ਦੀ ਪੀੜਾ ਨਹੀਂ ਸਤਾਵਣਾ ਕਰਦੀ। ਜਾ ਕੋ ਨਦਰ ਕਰੀ, ਪਰਮਾਤਮਾ ਨੇ ਕਿਰਪਾ ਦੀ ਨਜ਼ਰ ਕੀਤੀ ਹੈ। ਆਮੇ ਅਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਮਹਾਰਾਜ ਕਹਿੰਦੇ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਵੇ ਨਾ ਸਤਿਗੁਰੂ ਜੀ ਦੀ, ਸਿੱਖ ਦੇ ਹਿਰਦੇ ਅੰਦਰ ਮਹਾਰਾਜ ਜੀ ਦੀ ਐਸੀ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਵੇ ਤੇ ਸਤਿਗੁਰੂ ਜੀ ਸਾਰੇ ਬੱਜਰ ਪਾਪ ਉਹਦੇ ਹਰ ਦਿੰਦੇ, ਨਾਸ਼ ਕਰ ਦਿੰਦੇ ਹਨ। ਆਮੇ ਅਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਇਹ ਪ੍ਰਬਲ ਵਿਕਾਰ ਵੀ ਜੀਵ ਦੇ ਵਸ ਵਿੱਚ ਹੋ ਜਾਂਦੇ ਐ ਜੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰ ਦੇਵੇ। ਨਾਨਕ ਜੋ ਪ੍ਰਭ ਭਾਣਿਆ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਐ, ਜੋ ਅਕਾਲ ਪੁਰਖ ਪਰਮੇਸ਼ਰ ਨੂੰ ਭਾ ਗਿਆ ਹੈ, ਜਿਸ ਨੇ ਮਹਾਰਾਜ ਸਾਹਿਬ ਜੀ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ, ਜਿਸ ਨੂੰ ਰੱਬੀ ਭਾਣਾ ਸੱਚਾ ਲੱਗਾ ਹੈ। ਪੂਰੀ ਤਿਨਾ ਪਰੀ। ਤਿਨਾਂ ਗੁਰਮੁਖ ਪਿਆਰਿਆਂ ਦੀ ਜੀਵਨ ਯਾਤਰਾ ਪੂਰੀ ਪੈ ਗਈ ਹੈ, ਅਧੂਰੀ ਨਹੀਂ ਰਹਿਣਾ ਕੀਤੀ। ਮਨੁੱਖ ਉਦੋਂ ਤੱਕ ਅਧੂਰੇਪਣ ਦੇ ਵਿੱਚ ਹੀ ਰਹਿੰਦਾ ਹੈ ਜਦੋਂ ਤੱਕ ਪੂਰੇ ਪਰਮਾਤਮਾ ਦੇ ਨਾਲ ਮਿਲਦਾ ਨਹੀਂ ਹੈ। ਤੇ ਅਸੀਂ ਸੁਭਾਵਕ ਹੀ ਕਈ ਵਾਰ ਕਹਿ ਦਿੰਦੇ ਹਾਂ ਜੀ ਇਹ ਬੰਦਾ ਪੂਰਾ ਹੋ ਗਿਆ, ਪੰਜ ਭੌਤਿਕ ਸਰੀਰ ਤਿਆਗ ਦੇਵੇ, ਮੌਤ ਹੋ ਜਾਵੇ ਤੇ ਕਿਹਾ ਜਾਂਦਾ ਜੀ ਪੂਰਾ ਹੋ ਗਿਆ। ਪਰ ਮਹਾਰਾਜ ਕਹਿੰਦੇ ਪੂਰਾ ਤਾਂ ਹੁੰਦਾ ਜੇ ਪੂਰੇ ਪਰਮੇਸ਼ਰ ਦੇ ਨਾਲ ਮਿਲਦਾ ਹੈ, ਨਹੀਂ ਤਾਂ ਜਾਣੋ ਕਿ ਅਜੇ ਅਧੂਰਾ ਹੈ। ਜ਼ਿੰਦਗੀ ਜੀਵਨ ਯਾਤਰਾ ਵੀ ਅਜੇ ਅਧੂਰੀ ਹੈ। ਮੁਕੰਮਲ ਤਾਂ ਹੋਵੇਗੀ, ਪੂਰੀ ਤਾਂ ਹੋਵੇਗੀ, ਸਫਲ ਤਾਂ ਹੋਵੇਗੀ ਜੇ ਪਰਮਾਤਮਾ ਦੇ ਨਾਲ ਮਿਲੇਗਾ। ਤੇ ਕਿਵੇਂ ਮਿਲਿਆ ਜਾ ਸਕਦਾ ਹੈ? ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਸਤਿਗੁਰੂ ਜੀ ਦੁਆਰਾ ਪੂਰਾ ਨਾਮ ਲੈ ਕੇ, ਪੂਰੇ ਪਰਮਾਤਮਾ ਦੇ ਗੁਣ ਗਾ ਕੇ ਤਾਂ ਪੂਰੇ ਪਰਮੇਸ਼ਰ ਨੂੰ ਪਾਇਆ ਜਾਂਦਾ ਹੈ। ਕਦੇ ਸਾਧ ਸੰਗਤ ਜੀ ਅਧੂਰਿਆਂ ਦੇ ਲੜ ਲੱਗ ਕੇ ਪੂਰੇ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਅਧੂਰਾ ਤਾਂ ਧਰਤੀ ਵਿੱਚ ਬੀਜਿਆ ਹੋਇਆ ਬੀਜ ਵੀ ਪੂਰਾ ਫਲ ਨਹੀਂ ਦਿੰਦਾ, ਤੇ ਫਿਰ ਅਧੂਰਾ ਨਾਮ ਜਾਂ ਅਧੂਰਿਆਂ ਦੇ ਲੜ ਲੱਗ ਕਰਕੇ ਪੂਰੇ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ? ਇੱਕ ਬੜੀ ਸੂਖਮ ਖੇਡ ਹੈ, ਬੜੀ ਸੂਖਮ ਕਲਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਪੂਰੀ ਤਿੰਨਾਂ ਪਰੀ, ਤਿੰਨਾਂ ਦੀ ਪੂਰੀ ਪੈ ਗਈ ਹੈ, ਤਿੰਨਾਂ ਦੀ ਸਿੱਖੀ ਸਿਦਕ ਭਰੋਸੇ ਦੇ ਸਹਿਤ ਨਿਭ ਗਈ ਹੈ। ਤਿੰਨਾਂ ਦੀ ਪਰਮਾਤਮਾ ਨੇ ਕਿਰਪਾ ਕਰਕੇ ਜੀਵਨ ਦੀ ਸਫਲਤਾ ਪੂਰੀ ਕਰ ਦਿੱਤੀ ਹੈ। ਸਲੋਕ ਗਾਨ ਮਿਨ ਦੇਖੋ ਮਨ ਮਾਹੇ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਪ੍ਰਾਣ ਧਾਰੀ ਜੀਵ, ਤੂੰ ਆਪਣੇ ਮਨ ਦੇ ਵਿੱਚ ਗਿਣਤੀਆਂ ਮਿਣਤੀਆਂ ਕਰਕੇ ਦੇਖ ਲੈ, ਜਾਂ ਪੋਟਿਆਂ ਤੇ ਗਿਣ ਕਰਕੇ ਦੇਖ ਲੈ, ਮਨ ਕਰਕੇ ਵਿਚਾਰ ਕਰਕੇ ਦੇਖ ਲੈਣਾ ਕਰ। ਸਰ ਪਰ ਚਲਨੋ ਲੋਗ। ਸੰਸਾਰ ਦੇ ਅੰਦਰ ਜਿਤਨੇ ਵੀ ਲੋਕ ਆਏ ਹੈ, ਸਰ ਪਰ ਜ਼ਰੂਰ ਉਹਨਾਂ ਦਾ ਚੱਲਣਾ ਹੋਇਆ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋ ਜਾਵੇਗਾ। ਜਿਹੜੇ ਤੇਰੇ ਵੱਡੇ ਵਡੇਰੇ ਸਨ ਉਹ ਵੀ ਚਲੇ ਗਏ, ਹੁਣ ਵੀ ਜਿਹੜੇ ਇੱਥੇ ਹਨ ਉਹ ਚਲੇ ਜਾਣਾ, ਆਉਣ ਵਾਲੇ ਸਮੇਂ ਵਿੱਚ ਜਿਹੜੇ ਆਉਣਗੇ ਉਹਨਾਂ ਨੇ ਵੀ ਚਲੇ ਜਾਣਾ ਹੈ।
ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਪ੍ਰਾਹੁਣਿਆਂ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਆਇਆ, ਜੈਸੇ ਰਹਿਣ ਪਰਾਹੁਣੇ ਉੱਠ ਚਲ ਸਹਿ ਪ੍ਰਭਾਤ, ਕਿਆ ਤੂੰ ਰਤਾ ਗਿਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਮਹਾਰਾਜ ਕਹਿੰਦੇ ਐਵੇਂ ਬੰਧਨਾਂ ਦੇ ਵਿੱਚ ਸੰਸਾਰ ਦੇ ਅੰਦਰ ਤੂੰ ਲੱਗਾ ਹੋਇਆ, ਪ੍ਰਾਹੁਣਿਆਂ ਦੀ ਤਰ੍ਹਾਂ ਸੰਸਾਰ ਦੇ ਅੰਦਰ ਆਇਆ ਤੇ ਪਤਾ ਨਹੀਂ ਕਿਹੜੇ ਸਮੇਂ ਸੱਦਾ ਆ ਜਾਣਾ ਤੇ ਸੰਸਾਰ ਤੋਂ ਚਲੇ ਜਾਣਾ। ਇਸ ਕਰਕੇ ਐਵੇਂ ਤੂੰ ਮੱਲਾ ਮਾਰੀ ਬੈਠਾ, ਐਵੇਂ ਆਕੜੀ ਫਿਰਦਾ, ਹੰਕਾਰ ਹੀ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਸਰੀਰ ਕਰਕੇ ਕਿਸੇ ਦਾ ਵੀ ਰਹਿਣਾ ਨਹੀਂ ਬਣਦਾ। ਗਨ ਮਿਨ ਦੇਖੋ ਮਨੈ ਮਾਹੇ, ਸਰ ਪਰ ਚਲਨੋ ਲੋਗ। ਐ ਜੀਵ ਸਰ ਪਰ ਜ਼ਰੂਰ ਪਰ ਜ਼ਰੂਰ ਸੰਸਾਰ ਤੋਂ ਚੱਲਣਾ ਹੋ ਜਾਵੇਗਾ। ਆਸ ਅਨਿਤ ਗੁਰਮੁਖ ਮਿਟੈ। ਪਰ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਰਹਿੰਦੇ ਆ, ਕਦੇ ਵੀ ਮਹਾਰਾਜ ਜੀ ਤੋਂ ਬੇਮੁਖ ਨਹੀਂ ਹੁੰਦੇ। ਐਸਾ ਗੁਰਮੁਖਾਂ ਦਾ ਜੀਵਨ ਹੈ, ਉਹਨਾਂ ਦੀ ਜਿਹੜੀ ਸੰਸਾਰ ਦੇ ਸੁੱਖਾਂ ਦੀ ਆਸਾ ਹੈ ਅਨਿਤ, ਜਿਹੜੀ ਕਦੇ ਵੀ ਮੁੱਕਦੀ ਨਹੀਂ ਹੈ, ਪਰਮਾਤਮਾ ਨੇ ਮਿਹਰ ਕਰਕੇ ਮਿਟਾਈ ਦਿੱਤੀ ਹੈ। ਕਿਉਂਕਿ ਆਸਾ ਕਰਤਾ ਜਗ ਮੋਆ, ਆਸਾ ਮਰੈ ਨਾ ਜਾਏ। ਮਹਾਰਾਜ ਕਹਿੰਦੇ ਆਸਾ ਕਰਦਾ ਕਰਦਾ ਜਗ ਮੁੱਕਦਾ ਜਾ ਰਿਹਾ, ਜਗਤ ਦੇ ਜੀਵ ਮਰਦੇ ਜਾ ਰਹੇ ਹੈ, ਪਰ ਆਸਾ ਨਹੀਂ ਕਦੇ ਮੁੱਕਦੀ। ਇੱਕ ਲਾਈਏ ਤੇ ਦੂਜੀ ਫੇਰ ਹੋਰ ਕਈ ਆਸਾਂ ਲਾ ਕਰਕੇ ਬੈਠੇ ਹੁੰਦੇ ਆ। ਇੱਕ ਪਹਿਲਾਂ ਨਹੀਂ ਸਾਧ ਸੰਗਤ ਅਜੇ ਪੂਰੀ ਹੋਈ ਹੁੰਦੀ ਤੇ ਹੋਰ ਕਈ ਗੁਣਾ ਵੱਧ ਕਿੰਨੀਆਂ ਬੇਅੰਤ ਆਸਾਂ ਲਾ ਕਰਕੇ ਬੈਠੇ ਰਹਿੰਦੇ ਹਾਂ। ਆਉਣ ਵਾਲੇ ਸਮੇਂ ਵਿੱਚ ਇਵੇਂ ਕਰਾਂਗੇ, ਇਵੇਂ ਕਰਨਾ ਚਾਹੀਦਾ, ਇਸ ਪ੍ਰਕਾਰ ਲੰਬੀਆਂ ਆਸਾਂ ਲਾ ਕਰਕੇ ਜੀਵ ਬੈਠਾ। ਪਰ ਮਹਾਰਾਜ ਕਹਿੰਦੇ ਇਹ ਆਸ ਨਹੀਂ ਕਦੇ ਮੁੱਕਦੀ, ਬੰਦਾ ਮੁੱਕ ਜਾਂਦਾ। ਆਸ ਅਨਿਤ ਗੁਰਮੁਖ ਮਿਟੈ। ਗੁਰਮੁਖਾਂ ਦੇ ਹਿਰਦਿਓਂ ਪ੍ਰਮਾਤਮਾ ਨੇ ਦੁਨੀਆ ਦੇ ਸੁੱਖਾਂ ਦੀ ਆਸ ਹੀ ਮਿਟਾ ਦਿੱਤੀ ਹੈ, ਜੋ ਕਦੇ ਮੁੱਕਣ ਵਾਲੀ ਨਹੀਂ, ਉਸ ਨੂੰ ਅਭਾਵ ਹੀ ਕਰ ਦਿੱਤਾ ਹੈ। ਕਦੀ ਦੁਨੀਆ ਦੀ ਆਸ, ਦੁਨੀਆ ਦੇ ਸੁੱਖਾਂ ਦੀ, ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਕੋਈ ਸੁੱਖ ਦੀ ਆਸ ਮੰਨੀ ਹੀ ਨਹੀਂ ਗੁਰਮੁਖਾਂ ਨੇ। ਕੇਵਲ ਇੱਕੋ ਹੀ ਆਸ ਹੈ, ਹੇ ਮਹਾਰਾਜ ਆਸ ਪਿਆਸੀ ਪਿਰ ਕਹਿ ਤਾਈ, ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀ ਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਕੇਵਲ ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀ ਸਾਡੇ ਮਨ ਦੇ ਵਿੱਚ ਆਸ ਹੈ। ਪਪੀਹੇ ਦੀ ਤਰ੍ਹਾਂ ਮਹਾਰਾਜ ਬਾਰ-ਬਾਰ ਆਪ ਜੀ ਨੂੰ ਪੁਕਾਰਦੇ ਹਾਂ, ਚੇਤੇ ਕਰਦੇ ਹਾਂ। ਦੁਨੀਆ ਦੇ ਪਦਾਰਥਾਂ ਦੀ, ਧਨ ਦੀ, ਸੰਸਾਰ ਦੇ ਸੁੱਖਾਂ ਦੀ ਆਸਾ ਸਭ ਆਪ ਨੇ ਮਿਟਾ ਦਿੱਤੀ ਹੈ। ਨਾਨਕ ਨਾਮ ਅਰੋਗ। ਪਰਮੇਸ਼ਰ ਦਾ ਨਾਮ ਜਪਣੇ ਕਰਕੇ ਗੁਰਮੁਖ ਪਿਆਰੇ ਮਨ ਕਰਕੇ ਅਰੋਗੀ ਬਣ ਗਏ ਹੈ। ਤਨ ਤੇ ਭਾਵੇਂ ਕੋਈ ਰੋਗ ਲੱਗ ਜਾਵੇ, ਕਸ਼ਟ ਆ ਜਾਵੇ, ਪਰ ਗੁਰਮੁਖ ਪਿਆਰੇ ਮਨ ਕਰਕੇ ਅਡੋਲ ਰਹਿੰਦੇ ਹਨ, ਕਿਉਂਕਿ ਮਨ ਉਹਨਾਂ ਦਾ ਅਰੋਗੀ ਹੈ। ਤੇ ਜਿਸ ਮਨੁੱਖ ਦਾ ਮਨ ਅਰੋਗੀ ਹੋਵੇ, ਸਾਧ ਸੰਗਤ ਜੀ, ਤਨ ਤੇ ਜਿੰਨੇ ਮਰਜ਼ੀ ਰੋਗ ਲੱਗ ਜਾਣ ਕੋਈ ਪਰਵਾਹ ਨਹੀਂ ਹੁੰਦੀ। ਇਹੋ ਮਨ ਵਿੱਚ ਵਿਚਾਰ ਕਰਕੇ ਛੱਡ ਦਿੰਦੇ ਆ ਕਿ ਸਰੀਰ ਦਾ ਕੀ ਹੈ, ਮਨ ਤਾਂ ਅਡੋਲ ਹੈ ਨਾ, ਮਨ ਤਾਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੈ ਨਾ। ਮਨ ਕਰਕੇ ਤਾਂ ਨਹੀਂ ਨਾ ਡਾਵਾਂ ਡੋਲ ਹੋਏ, ਹਿਰਦੇ ਕਰਕੇ ਤਾਂ ਅਡੋਲਤਾ ਹੀ ਬਣੀ ਹੈ। ਕੋਈ ਪਿਛਲਾ ਕਰਮ ਹੋਵੇਗਾ, ਕੋਈ ਪਰਮਾਤਮਾ ਮੈਨੂੰ ਇਸੇ ਜਨਮ ਦੇ ਵਿੱਚ ਪਿਛਲੇ ਕਰਮ ਨੂੰ ਭੁਗਤਾ ਰਿਹਾ ਹੈ, ਅਗਲਾ ਜਨਮ ਹੀ ਨਹੀਂ ਪਰਮਾਤਮਾ ਮੈਨੂੰ ਦੇਣਾ ਚਾਹੁੰਦਾ। ਇਉਂ ਵਿਚਾਰ ਕਰਕੇ ਗੁਰਮੁਖ ਪਿਆਰੇ ਹਿਰਦੇ ਕਰਕੇ ਅਡੋਲ ਰਹਿੰਦੇ ਹੈ। ਨਾਨਕ ਨਾਮ ਅਰੋਗ। ਤੇ ਪਰਮੇਸ਼ਰ ਦਾ ਨਾਮ ਹੀ ਰੋਗਾਂ ਤੋਂ ਰਹਿਤ ਹੈ। ਜੋ ਭਾਵਨਾ ਦੇ ਨਾਲ ਨਾਮ ਜਪਦਾ, ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਪੂਰੇ ਵੈਰ ਤੋਂ ਸਤਿਗੁਰੂ ਜੀ ਤੋਂ ਨਾਮ ਰੂਪੀ ਜਿਹੜਾ ਵੈਰ ਇਹ ਦਵਾ ਦਾਰੂ ਲੈ ਲੈਂਦਾ, ਉਹ ਹਿਰਦੇ ਕਰਕੇ ਅਰੋਗੀ ਹੋ ਜਾਂਦਾ ਹੈ। ਪ੍ਰਤੱਖ ਤਨ ਦੇ ਵੀ ਮਹਾਰਾਜ ਰੋਗ ਕੱਟ ਦਿੰਦੇ ਆ। ਪੌੜੀ ਗੱਗਾ ਗੋਬਿੰਦ ਗੁਣ ਰਵਹੁ। ਗੱਗੇ ਅੱਖਰ ਦੁਆਰਾ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ, ਇਹ ਜੀਵ ਪਰਮਾਤਮਾ ਦੇ ਗੁਣਾਂ ਨੂੰ ਰਵਹਿ ਉਚਾਰਨ ਕਰਿਆ ਕਰ। ਗੋਬਿੰਦ, ਗੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਗੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ਣ ਵਾਲਾ, ਇੰਦਰੀਆਂ ਨੂੰ ਪ੍ਰਕਾਸ਼ ਕਰਨ ਵਾਲਾ, ਬਲ ਸਤਾ ਦੇਣ ਵਾਲਾ, ਉਸ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਿਆ ਕਰ। ਸਾਸ ਸਾਸ ਜਪ ਨੀਤ। हे ਮਹਾਰਾਜ ਜੀ, ਕਿੰਨਾ ਕੁ ਸਮਾਂ ਗੁਣ ਉਚਾਰਨ ਕਰਨੇ ਚਾਹੀਦੇ ਹਨ। ਸਤਿਗੁਰੂ ਜੀ ਕਹਿੰਦੇ ਹਰ ਸਵਾਸ ਦੇ ਨਾਲ ਨਿਤਾ ਪ੍ਰਤੀ ਨੇਮ ਬਣਾ ਕੇ, ਇਹ ਨੇ ਔਕੜ ਦੇ ਵੇਲੇ ਰੱਬ ਨੂੰ ਯਾਦ ਕਰਨਾ, ਹਰ ਸਵਾਸ ਦੇ ਨਾਲ
ਔਰ ਨੇਮ ਧਾਰਨ ਕਰਕੇ ਹਿਰਦੇ ਅੰਦਰ ਪ੍ਰੇਮ ਦੀ ਸਹਿਤ ਰੱਬ ਦੇ ਗੁਣ ਗਾਇਆ ਕਰ। ਕਹਾ ਬਿਸਾਸਾ ਦੇਹ ਕਾ। ਕਿਉਂਕਿ ਜੇ ਸਰੀਰ ਦਾ ਮਾਣ ਕਰਦਾ ਇਹਦਾ ਕੋਈ ਭਰੋਸਾ ਥੋੜਾ, ਕੋਈ ਭਰੋਸਾ ਨਹੀਂ ਹੈ। ਸਰੀਰ ਰੂਪੀ ਗੱਡੇ ਦਾ ਗੱਡਾ ਉਦੋਂ ਤੱਕ ਤੁਰਿਆ ਜਾਂਦਾ ਹੈ, ਉਹਦੇ ਉੱਪਰ ਭਾਰ ਲੱਦ ਕੇ ਉਹਨੂੰ ਤੋਰਿਆ ਜਾ ਸਕਦਾ ਹੈ ਜਦੋਂ ਤੱਕ ਉਹਦਾ ਧੁਰਾ ਕਾਇਮ ਹੈ। ਜਦੋਂ ਧੁਰਾ ਟੁੱਟ ਜਾਵੇ ਤੇ ਸਾਧ ਸੰਗਤ ਜੀ ਗੱਡਾ ਢਹਿ ਢੇਰੀ ਹੋ ਜਾਂਦਾ, ਉਹਦੇ ਕੋਲ ਤੁਰਿਆ ਹੀ ਨਹੀਂ ਜਾਂਦਾ, ਤੋਰ ਹੀ ਨਹੀਂ ਸਕਦਾ। ਧੁਰੇ ਦੇ ਆਸਰੇ ਸਾਰਾ ਗੱਡਾ ਚੱਲਦਾ ਹੈ, ਭਾਰ ਵੀ ਚੱਕ ਕੇ ਕਿੰਨੀ ਕਿੰਨੀ ਦੂਰ ਤੱਕ ਲੈ ਜਾਂਦਾ ਹੈ। ਇਸੇ ਪ੍ਰਕਾਰ ਪਰਮਾਤਮਾ ਦੀ ਜਿਹੜੀ ਜੋਤ ਹੈ ਨਾ, ਪਰਮਾਤਮਾ ਦੀ ਚੇਤਨ ਸੱਤਾ ਹੈ, ਉਹ ਧੁਰੇ ਦੀ ਤਰ੍ਹਾਂ ਹੈ, ਸਰੀਰ ਰੂਪੀ ਗੱਡੇ ਦੇ ਅੰਦਰ ਹੈ। ਜਦੋਂ ਚੇਤਨ ਸੱਤਾ ਪਰਮਾਤਮਾ ਇਹ ਧੁਰੇ ਨੂੰ ਕੱਢ ਦੇਵੇ ਤੇ ਸਰੀਰ ਰੂਪੀ ਗੱਡਾ ਤੇ ਹੱਥ ਵੀ ਨਹੀਂ ਹਿੱਲਦਾ। ਸਾਧ ਸੰਗਤ ਜੀ ਦੂਰ ਜਾਣਾ ਤਾਂ ਕਿਤੇ ਰਹਿ ਗਿਆ, ਹੱਥ ਪੈਰ ਵੀ ਨਹੀਂ ਜੀਵ ਹਿਲਾ ਸਕਦਾ, ਜ਼ਬਾਨ ਤੋਂ ਇੱਕ ਵੀ ਲਫ਼ਜ਼ ਕੋਈ ਬੋਲ ਨਹੀਂ ਸਕਦਾ। ਇਸ ਲਈ ਮਹਾਰਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਕਹਾ ਬਿਸਾਸਾ ਦੇਹ ਕਾ। ਇਹ ਜੀਵ ਸਰੀਰ ਦਾ ਕਿੱਥੇ ਤੂੰ ਭਰੋਸਾ ਕਰੀ ਬੈਠਾ ਹੈ, ਪਤਾ ਨਹੀਂ ਕਿੰਨਾ ਕੁ ਸਮਾਂ। ਇਹ ਤਾਂ ਆਖਰਕਾਰ ਹੈ ਤਾਂ ਮਿੱਟੀ ਹੈ, ਮਿੱਟੀ ਤੋਂ ਪੈਦਾ ਹੋਇਆ, ਮਿੱਟੀ ਵਿੱਚ ਹੀ ਮਿਲ ਜਾਣਾ ਹੈ। ਮਹਾਰਾਜ ਜੀ ਦਾ ਪਾਵਨ ਫਰਮਾਨ ਆਉਂਦਾ ਹੈ, ਇਹ ਪ੍ਰਾਣਧਾਰੀ ਜੀਵ ਉਸ ਪ੍ਰਾਣਾਪਤੀ ਪਰਮੇਸ਼ਰ ਨੂੰ ਚੇਤੇ ਕਰਿਆ ਕਰ। ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੁਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵਹੁ, ਜਾ ਕੇ ਜੀਅ ਪ੍ਰਾਣਾ। ਜੇ ਸਵਾਸ ਚੱਲਦੀ ਹੈ ਸਰੀਰ ਦੇ ਅੰਦਰ ਤੇ ਬੰਦਾ ਹੈ, ਨਹੀਂ ਤਾਂ ਮੁਰਦਾ ਮਿੱਟੀ ਹੈ, ਮਿੱਟੀ ਬਣ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਕਹਾ ਬਿਸਾਸਾ ਦੇਹ ਕਾ। ਇਹ ਜੀਵ ਕੀ ਭਰੋਸਾ ਹੈ ਸਰੀਰ ਦਾ। ਬਿਲਮ ਨਾ ਕਰਿਓ ਮੀਤ। ਚੇਤਨ ਦੀ ਅੰਸ਼ ਵਿੱਚ ਹੋਣੇ ਕਰਕੇ ਜੀਵ ਨੂੰ ਮੀਤ ਆਖ ਰਹੇ ਹਨ, ਹੇ ਮੇਰੇ ਮਿੱਤਰ ਐਵੇਂ ਦੇਰੀ ਨਾ ਕਰ, ਦੇਰ ਨਾ ਕਰਿਆ ਕਰ, ਐਵੇਂ ਨਾ ਅਵੇਸਲਾ ਹੋ ਕੇ ਰਹੋ, ਐਵੇਂ ਸਮੇਂ ਨੂੰ ਟਾਲ ਮਟੋਲ ਨਾ ਕਰਿਆ ਕਰ। ਕੋਈ ਨਹੀਂ, ਫੇਰ ਨਿਤਨੇਮ ਕਰਨਾ ਸ਼ੁਰੂ ਕਰਾਂਗੇ, ਫੇਰ ਅੰਮ੍ਰਿਤ ਵੇਲੇ ਉੱਠ ਕੇ ਸੰਗਤ ਵਿੱਚ ਜੁੜਿਆ ਕਰਾਂਗੇ। ਨਾ, ਕਹਾ ਬਿਸਾਸਾ ਦੇਹ ਕਾ। ਕੀ ਭਰੋਸਾ ਹੈ ਇਹ ਸਰੀਰ ਦਾ, ਇਹ ਦੇਹੀ ਦਾ ਤੂੰ ਮਾਣ ਕਰਦਾ ਰਹਿੰਦਾ ਕਿ ਮੇਰੀ ਤਾਂ ਜੇ ਚੜ੍ਹਦੀ ਜਵਾਨੀ ਹੈ, ਬਹੁਤ ਜ਼ਿਆਦਾ ਸਰੀਰ ਦੇ ਵਿੱਚ ਬਲ ਹੈ। ਪਰ ਮਹਾਰਾਜ ਹਜੂਰ ਨੇ ਅਗਲੀਆਂ ਪੰਕਤੀਆਂ ਵਿੱਚ ਇਹ ਵੀ ਦਰਸਾ ਦਿੱਤਾ ਹੈ, ਇਹ ਜੀਵ ਕੋਈ ਭਰੋਸਾ ਨਹੀਂ ਹੈ। ਇਸ ਕਰਕੇ ਦੇਰੀ ਨਹੀਂ ਕਰਨੀ ਚਾਹੀਦੀ। ਦੇਰ ਜਿਵੇਂ ਸਤਿਗੁਰਾਂ ਨੇ ਫਰਮਾਨ ਕੀਤਾ ਨਾ, ਨਹਿ ਬਿਲੰਬ ਧਰਮੰ, ਧਰਮ ਦਾ ਕੰਮ ਕਰਨ ਲੱਗਿਆਂ ਕਦੇ ਵੀ ਦੇਰੀ ਨਹੀਂ ਕਰਨੀ ਚਾਹੀਦੀ। ਨਹਿ ਬਾਰਕ ਨਹਿ ਜੋਬਨ। ਹੁਣ ਹਜੂਰ ਅੱਗੇ ਫਰਮਾਨ ਕਰ ਰਹੇ ਹੈ, ਇਹ ਜੀਵ ਜੀ ਦਾ ਤੂੰ ਭਰੋਸਾ ਬਣਾਈ ਬੈਠਾ ਕਿ ਮੇਰਾ ਸਰੀਰ ਤਕੜਾ ਹੈ, ਜਵਾਨ ਹੈ, ਬੜਾ ਬਲ ਹੈ ਮੇਰੇ ਸਰੀਰ ਦੇ ਅੰਦਰ, ਤੇ ਇਹ ਕੋਈ ਪਤਾ ਥੋੜਾ ਕਿਹੜੇ ਵੇਲੇ ਇਹਨੇ ਢਲ ਜਾਣਾ ਹੈ, ਕਿਹੜੇ ਵੇਲੇ ਇਹਨੇ ਮਿੱਟੀ ਵਿੱਚ ਮਿਲ ਜਾਣਾ ਹੈ। ਨਹਿ ਬਾਰਿਕ ਨਹਿ ਜੋਬਨ। ਕੋਈ ਪਤਾ ਨਹੀਂ ਹੈ ਕਿ ਬਾਲਕ ਅਵਸਥਾ ਦੇ ਵਿੱਚ ਹੀ ਸਦਾ ਆ ਜਾਵੇ, ਕੋਈ ਪਤਾ ਨਹੀਂ ਹੈ ਜਵਾਨੀ ਦੇ ਵਿੱਚ ਇਹ ਸਰੀਰ ਢਲ ਜਾਵੇ। ਨਹਿ ਬਿਰਦੀ ਕਛ ਬੰਦ। ਤੇ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਬੰਧਨਾਂ ਵਿੱਚ, ਮੋਹ ਦੇ ਬੰਧਨਾਂ ਵਿੱਚ ਬੱਝਾ ਹੋਇਆ, ਕੋਈ ਪਤਾ ਨਹੀਂ ਬਿਰਧ ਅਵਸਥਾ ਵੀ ਸਦਾ ਆ ਜਾਵੇ। ਨਹਿ ਬਾਰਿਕ ਨਹਿ ਜੋਬਨ ਹੈ। ਨਾ ਤਾਂ ਬਾਲਕ ਅਵਸਥਾ ਦਾ ਕੋਈ ਭਰੋਸਾ ਕੀਤਾ ਜਾ ਸਕਦਾ ਹੈ। ਕਈ ਵਾਰ ਸਾਧ ਸੰਗਤ ਜੀ ਜਿਹੜੇ ਸਾਡੇ ਤੋਂ ਪਹਿਲਾਂ ਹੋ ਚੁੱਕੇ ਹੈ, ਜਾਂ ਸਾਡੀ ਵਡੇਰੀ ਉਮਰ ਹੋ ਗਈ, ਸਾਡੇ ਸਾਹਮਣੇ ਜਿਨ੍ਹਾਂ ਦਾ ਕਈਆਂ ਦਾ ਬੱਚੇ ਦਾ ਜਨਮ ਹੁੰਦਾ ਹੈ, ਬਾਲਕ ਅਵਸਥਾ ਦੇ ਵਿੱਚ ਕਈਆਂ ਦੀ ਮੌਤ ਹੋ ਜਾਂਦੀ ਹੈ। ਇਸ ਪ੍ਰਕਾਰ ਨਹੀਂ ਤਾਂ ਫਿਰ ਜਵਾਨੀ ਦੇ ਵਿੱਚ ਕਈ ਵਾਰ ਜੀਵ ਦੀ ਸਾਧ ਸੰਗਤ ਜੀ ਮੌਤ ਹੋ ਜਾਂਦੀ ਹੈ, ਨਹੀਂ ਤਾਂ ਬੁਢੇਪੇ ਵਿੱਚ ਤਾਂ ਸਰੀਰ ਨੂੰ ਤਿਆਗ ਹੀ ਦੇਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਨਾ ਬਾਲਕ ਅਵਸਥਾ ਦਾ ਭਰੋਸਾ ਕਰ, ਨਾ ਜਵਾਨੀ ਦੀ ਅਵਸਥਾ ਦਾ ਭਰੋਸਾ ਕਰ ਕਿ ਮੇਰੇ ਵਿੱਚ ਬੜਾ ਬਲ ਹੈ, ਤੇ ਨਾ ਹੀ ਬਿਰਧ ਅਵਸਥਾ ਦੇ ਵਿੱਚ। ਇਉਂ ਬਿਲਮ ਨਾ ਕਰਿਓ ਮੀਰ, ਦੇਰੀ ਨਾ ਕਰਨਾ ਕਰ। ਐਵੇਂ ਅਵੇਸਲਾ ਹੋ ਕੇ ਰੱਬ ਨੂੰ ਵਿਸਾਰਨਾ ਨਾ ਕਰ, ਪਰਮੇਸ਼ਰ ਦਾ ਚਿੰਤਨ ਕਰਿਆ ਕਰ, ਪਰਮਾਤਮਾ ਨੂੰ ਚੇਤੇ ਕਰਿਆ ਕਰ। ਪਤਾ ਨਹੀਂ ਕਿਹੜੇ ਸਮੇਂ ਇਹ ਘੜੀ ਆ ਜਾਣੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਨਹਿ ਬਿਰਦੀ ਕਛ ਬੰਦ। ਐਵੇਂ ਬਾਰ-ਬਾਰ ਸਮੇਂ ਨੂੰ ਟਾਲਦਾ ਰਹਿੰਦਾ ਕਿ ਨਹੀਂ ਨਹੀਂ, ਅਜੇ ਤਾਂ 4 ਦਿਨ ਮौज ਮਸਤੀ ਕਰਨੇ ਦਾ ਸਮਾਂ, ਬੁੱਢੇ ਹੋ ਕੇ ਮਾਲਾ ਹੀ ਫੇਰਨੀ ਹੈ।
ਪਰ ਮਹਾਰਾਜ ਕਹਿੰਦੇ ਨਹਿ ਬਾਰਿਕ ਨਹਿ ਜੋਬਨੈ, ਤੂੰ ਤਾਂ ਅੱਗੇ ਬਹੁਤ ਲੰਬੀ ਆਸ ਲਾ ਕੇ ਬੈਠਾ, ਤੈਨੂੰ ਜਵਾਨੀ ਦਾ ਵੀ ਪਤਾ ਮੰਨਣੀ ਵੀ ਹੈ ਕਿ ਨਹੀਂ, ਤੈਨੂੰ ਬਾਲਕ ਅਵਸਥਾ ਦਾ ਹੀ ਪਤਾ ਨਹੀਂ ਹੈ ਕਿ ਇਹਦੇ ਤੋਂ ਅੱਗੇ ਜਵਾਨ ਵੀ ਹੋਣਾ ਵਾ ਕਿ ਨਹੀਂ। ਇਸ ਕਰਕੇ ਰੱਬ ਨੂੰ ਚੇਤੇ ਕਰਿਆ ਕਰ, ਐ ਮੇਰੀਏ ਜਿੰਦੇ ਹਰ ਜਪਦੇ ਅਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੁ ਆਵੈ ਕੇ ਨਾ ਆਵੈ ਰਾਮ। ਐ ਮੇਰੀ ਜਿੰਦੇ ਪਤਾ ਨਹੀਂ ਦੂਜਾ ਸਵਾਸ ਆਉਣਾ ਵੀ ਆ ਕਿ ਨਹੀਂ ਆਉਣਾ, ਕੀ ਪਤਾ, ਇਹ ਪ੍ਰਮਾਤਮਾ ਜਾਣਦਾ ਹੈ। ਜਿੰਨੇ ਕੋ ਸਵਾਸ ਪ੍ਰਮਾਤਮਾ ਨੇ ਲਿਖ ਕਰਕੇ ਪਾਏ ਓਨੇ ਕੀ ਭੋਗਣੇ ਆ। ਇਸ ਲਈ ਐਵੇਂ ਮਤਾ ਇਹ ਸਰੀਰ ਦਾ ਮਾਣ ਕਰਨਾ ਕਰ। ਉਹ ਮੇਰਾ ਨਹਿ ਬੂਝੀਐ। ਸਤਿਗੁਰੂ ਜੀ ਆਖ ਰਹੇ ਨੇ ਉਸ ਸਮੇਂ ਨੂੰ, ਉਸ ਵੇਲੇ ਨੂੰ ਕਦੇ ਬੁੱਝਿਆ ਨਹੀਂ ਜਾ ਸਕਦਾ, ਸਮਝਿਆ ਨਹੀਂ ਜਾਂਦਾ। ਜੋ ਆਏ ਪਰ ਜਮ ਫੰਦ। ਜਦੋਂ ਜਮਾਂ ਨੇ ਗਲ ਵਿੱਚ ਆ ਕੇ ਫਾਹੀ ਪਾ ਦੇਣੀ ਹੈ, ਗਲ ਵਿੱਚ ਫਾਹਾ ਪਾ ਕੇ ਜੀਵ ਨੂੰ ਲੈ ਜਾਣਾ, ਜਿੰਦ ਨੂੰ ਸਰੀਰ ਦੇ ਵਿੱਚੋਂ ਕੱਢ ਕੇ ਲੈ ਜਾਣਾ ਹੈ। ਮਹਾਰਾਜ ਕਹਿੰਦੇ ਉਸ ਸਮੇਂ ਨੂੰ ਬੁੱਝਿਆ ਨਹੀਂ ਜਾਂਦਾ, ਪਤਾ ਹੀ ਨਹੀਂ ਲੱਗਦਾ। ਕਈ ਵਾਰ ਸਾਧ ਸੰਗਤ ਜੀ ਇਦਾਂ ਦੀ ਘਟਨਾ ਘਟ ਜਾਂਦੀ ਹੈ, ਕੋਈ ਸਾਡਾ ਪਿਆਰਾ ਸਖਾ ਸੰਬੰਧੀ ਕੋਈ ਮਿੱਤਰ ਹੋਵੇ, ਉਹ ਗੱਲਾਂ ਬਾਤਾਂ ਕਰਦੇ ਆ, ਕਈ ਵਾਰ ਸਾਧ ਸੰਗਤ ਜੀ ਸਰੀਰ ਤਿਆਗ ਦਿੰਦਾ ਹੈ, ਕੋਈ ਪਤਾ ਨਹੀਂ ਲੱਗਦਾ। ਤੇ ਕਈ ਵਾਰ ਕੋਈ ਵਿਸ਼ਰਾਮ ਕਰ ਰਿਹਾ ਹੁੰਦਾ, ਸੁੱਤਾ ਹੀ ਉਹ ਸਰੀਰ ਨੂੰ ਛੱਡ ਜਾਂਦਾ ਹੈ। ਮਹਾਰਾਜ ਹਜੂਰ ਕਹਿੰਦੇ ਕੀ ਪਤਾ ਹੈ, ਜਾਂ ਕੋਈ ਅਚਨਚੇਤ ਘਟਨਾ ਹੀ ਕਈ ਵਾਰ ਕੋਈ ਘਟ ਜਾਂਦੀ ਹੈ। ਕਿਉਂਕਿ ਜਦੋਂ ਦੇਸ਼ ਕਾਲ ਅਤੇ ਵਸਤੂ ਤਿੰਨੇ ਇਕੱਤਰ ਹੋ ਜਾਂਦੇ, ਫਿਰ ਜੀਵ ਦੀ ਮ੍ਰਿਤੂ ਹੁੰਦੀ ਹੈ, ਮੌਤ ਹੁੰਦੀ ਹੈ। ਦੇਸ਼ ਕਾਲ ਅਤੇ ਵਸਤੂ ਇਹ ਤਿੰਨੇ ਜਦੋਂ ਇਕੱਠੇ ਹੋ ਜਾਂਦੇ ਹੈ, ਫਿਰ ਮੌਤ ਆਉਂਦੀ ਹੈ, ਫਿਰ ਸਰੀਰ ਨੂੰ ਤਿਆਗ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਇਹਦੇ ਬਾਬਤ ਕੀ ਪਤਾ ਹੈ। ਜੋ ਆਏ ਪਰ ਜਮ ਫੰਦ, ਜਦੋਂ ਗਲ ਵਿੱਚ ਜਮਾਂ ਨੇ ਆ ਕਰਕੇ ਫਾਹੀ ਪਾ ਦੇਣੀ ਹੈ, ਉਸ ਸਮੇਂ ਨੂੰ ਬੁੱਝਿਆ ਨਹੀਂ ਜਾ ਸਕਦਾ। ਐਵੇਂ ਲੰਮੀਆਂ ਆਸਾਂ ਨਾ ਲਾ ਕੇ ਬੈਠਾ ਰਹੋ ਕਿ ਬੁੱਢੇ ਹੋ ਕੇ ਮਾਲਾ ਹੀ ਫੇਰਨੀ, ਹੋਰ ਕੀ ਕਰਨਾ ਵਿਹਲੇ ਹੋ ਕੇ, ਨਹੀਂ। ਇਹ ਕੋਈ ਪਤਾ ਨਹੀਂ ਹੈ ਕਿਹੜੇ ਸਮੇਂ ਜਮਾਂ ਨੇ ਗਲ ਵਿੱਚ ਫਾਹੀ ਪਾ ਦੇਣੀ ਹੈ। ਗਿਆਨੀ ਧਿਆਨੀ ਚਤੁਰ ਪੇਖ। ਹਜੂਰ ਕਹਿੰਦੇ ਤੇਰੇ ਮਨ ਦੇ ਵਿੱਚ ਭੁਲੇਖਾ ਨਾ ਕਿਤੇ ਹੋਵੇ ਕਿ ਮੈਂ ਤਾਂ ਗਿਆਨੀ ਆ, ਮੈਂ ਤੇ ਕਥਾਵਾਚਕ ਹਾਂ, ਮੈਂ ਤੇ ਗਿਆਨਵਾਨ ਹਾਂ। ਮਹਾਰਾਜ ਕਹਿੰਦੇ ਤੇਰੇ ਮਨ ਵਿੱਚ ਭੁਲੇਖਾ ਨਾ ਹੋਵੇ। ਬੜੇ ਬੜੇ ਗਿਆਨੀ ਵੀ ਸੰਸਾਰ ਤੋਂ ਚਲੇ ਗਏ ਹੈ, ਬੜੇ ਬੜੇ ਧਿਆਨ ਲਾਉਣ ਵਾਲੇ ਧਿਆਨੀ ਪੁਰਖ ਵੀ ਸੰਸਾਰ ਤੋਂ ਚਲੇ ਗਏ ਹੈ। ਫਿਰ ਪੜੋ ਜੀ, ਗਿਆਨੀ ਧਿਆਨੀ ਚਤੁਰ ਪੇਖ। ਪੇਖ ਇਹ ਨੇਤਰਾਂ ਦੇ ਨਾਲ ਦੇਖਣਾ ਕਰ, ਝਾਤ ਮਾਰ ਕਰਕੇ ਦੇਖ। ਬੜੇ ਬੜੇ ਗਿਆਨਵਾਨ ਵੀ ਚਲੇ ਗਏ ਹੈ, ਧਿਆਨ ਲਾਉਣ ਵਾਲੇ ਧਿਆਨੀ ਪੁਰਖ ਵੀ ਚਲੇ ਗਏ ਹੈ। ਤੇ ਚਤੁਰ ਜਿਹੜੇ ਬੜੇ ਬੜੇ ਚਤੁਰ ਚਲਾਕੀਆਂ ਵਾਲੇ, ਬਹੁਤੀਆਂ ਸਿਆਣਪਾਂ ਵਾਲੇ ਸਨ, ਉਹ ਵੀ ਸੰਸਾਰ ਤੋਂ ਚਲੇ ਗਏ ਹੈ। ਗਿਆਨੀ ਧਿਆਨੀ ਚਤੁਰ ਭੇਖ। ਭਾਵੇਂ ਕਿੰਨਾ ਵੀ ਵੱਡਾ ਕੋਈ ਸ਼ਾਸਤਰਾਂ ਦਾ, ਵੇਦਾਂ ਦਾ, ਸਿਮਰਤੀਆਂ ਦਾ ਔਰ ਪੁਰਾਣਾਂ ਦਾ ਵੀ ਭਾਵੇਂ ਕੋਈ ਗਿਆਤਾ ਹੋਵੇ, ਗਿਆਨਵਾਨ ਹੋਵੇ, ਭਾਵੇਂ ਕਿੰਨਾ ਵੱਡਾ ਕੋਈ ਧਿਆਨੀ ਪੁਰਖ, ਯੋਗ ਸਾਧਨਾ ਦੁਆਰਾ ਧਿਆਨ ਵੀ ਇਹ ਯੋਗ ਸਿੱਧ ਕੀਤਾ ਹੋਵੇ, ਧਿਆਨ ਨੂੰ ਵੀ ਜੋੜਨਾ ਜਾਣ ਦਿੰਦਾ ਹੋਵੇ, ਬੜਾ ਹੀ ਚਤੁਰ ਚਲਾਕ ਹੋਵੇ, ਕਿਸੇ ਨੂੰ ਵਾਰੇ ਨਾ ਆਉਣ ਦਿੰਦਾ ਹੋਵੇ, ਗੱਲੀ ਬਾਤੀ ਵੀ ਬਹੁਤ ਸਿਆਣਪਾਂ ਵਾਲਾ ਹੋਵੇ। ਰਹਿਨ ਨਹੀਂ ਇਹ ਠਾਏ। ਮਹਾਰਾਜ ਕਹਿੰਦੇ ਸੰਸਾਰ ਰੂਪੀ ਥਾਂ ਦੇ ਵਿੱਚ ਸਰੀਰ ਕਰਕੇ ਕਿਸੇ ਦਾ ਵੀ ਰਹਿਣਾ ਨਹੀਂ ਬਣਦਾ, ਕਿਸੇ ਦਾ ਵੀ ਸਰੀਰ ਕਰਕੇ ਰਹਿਣਾ ਬਣਦਾ ਨਹੀਂ ਹੈ। ਰਹਿਨ ਨਹੀਂ ਇਹ ਠਾਏ। ਇਹ ਮਤਾਂ ਕਹੀ ਕਿ ਮੈਂ ਤਾਂ ਗਿਆਨੀ ਆ, ਮੈਨੂੰ ਕਿਹੜਾ ਮੌਤ ਨੇ ਮਾਰ ਦੇਣਾ ਹੈ, ਮੈਂ ਤਾਂ ਧਿਆਨੀ ਹਾਂ, ਮੈਨੂੰ ਕਿਹੜਾ ਕਾਲ ਨੇ ਆ ਕੇ ਗਰਸ ਲੈਣਾ, ਨਹੀਂ। ਇਹ ਤੇਰੇ ਮਨ ਦਾ ਭੁਲੇਖਾ ਹੈ। ਉਹ ਤਾਂ ਕਾਲ ਐਸਾ ਬਲ ਵਾਲਾ ਹੈ, ਭਾਵੇਂ ਕੋਈ ਰਾਜਾ ਹੋਵੇ, ਪਰਜਾ ਹੋਵੇ, ਉਹ ਸਮਾਨ ਜਾਣ ਕਰਕੇ ਸਮਾਂ ਆਉਣ ਤੇ ਮਾਰ ਦਿੰਦਾ ਹੈ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਿਡਾਨੀ ਰੇ। ਇਸ ਲਈ ਜੀਵ ਤੂੰ ਰੱਬ ਨੂੰ ਚੇਤੇ ਕਰਿਆ ਕਰ। ਕਿਉਂ ਨਹੀਂ ਪਰਮਾਤਮਾ ਦਾ ਚਿੰਤਨ ਕਰਦਾ? ਛਾੜ ਛਾੜ ਸਗਲੀ ਗਈ। ਹਜੂਰ ਕਹਿੰਦੇ ਛੱਡ ਜਾਣ ਵਾਲੇ ਜਿੰਨੇ ਵੀ ਧਨ ਪਦਾਰਥ ਦੁਨਿਆਵੀ ਵਸਤੂਆਂ ਹਨ, ਦੁਨੀਆ ਦੇ ਸੁੱਖ ਹੈ, ਸਕੇ ਸੰਬੰਧੀ ਮਿੱਤਰ ਹਨ, ਪਰਿਵਾਰ ਹੈ, ਆਪਣੇ ਜੀ ਹੈ, ਭਾਵੇਂ ਧੀਆਂ ਪੁੱਤਰ ਵੀ ਹੈ, ਛਾੜ ਛੱਡ ਸਗਲੀ ਗਈ। ਸਾਰੀ ਸ੍ਰਿਸ਼ਟੀ ਛੱਡ ਛੱਡ ਕਰਕੇ ਚਲੀ ਗਈ ਹੈ। ਇਸ ਪ੍ਰਕਾਰ
ਛਾੜ ਛਾੜ ਜਿਹੜੀ ਛੱਡਣੇ ਯੋਗ ਪਦਾਰਥ ਹੈ, ਦੁਨੀਆ ਦੇ ਸੁੱਖ ਹੈ, ਉਹਨਾਂ ਨੂੰ ਛੱਡ ਕੇ ਚਲੇ ਹੀ ਜਾਣਾ ਹੈ। ਕਿਹੜਾ ਕਿਸੇ ਨੇ ਕੋਈ ਨਾਲ ਲੈ ਜਾਣੇ ਆ? ਦੇਖੋ ਰਾਵਣ ਵਰਗਾ ਸਾਧ ਸੰਗਤ ਜੀ ਕੋਈ ਧਨੀ ਤੇ ਗਿਆਨੀ ਪੁਰਖ ਵੀ ਨਹੀਂ ਸੀ ਸੰਸਾਰ ਵਿੱਚ ਹੋਇਆ, ਜਿਸ ਨੂੰ ਚਾਰੇ ਵੇਦ ਕੰਠ ਸਨ ਤੇ ਸੋਨੇ ਦੀ ਲੰਕਾ ਬਣਾਈ ਹੋਈ ਸੀਗੀ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਨਾ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦਿਓ ਨਾ ਬਾਤੀ। ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਰਿਹਾ। 1 ਲੱਖ ਪੁੱਤਰ ਤੇ 1.25 ਲੱਖ ਉਹਦੇ ਪੋਤਰੇ, ਏਡਾ ਵੱਡਾ ਪਰਿਵਾਰ ਸੀਗਾ। ਇਹ ਦੁਨੀਆ ਦੇ ਕਿੰਨੇ ਸੁੱਖ ਤੇ ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਸੋਨੇ ਦੀ ਲੰਕਾ ਸੀਗੀ। ਤੇ ਫਿਰ ਮੂਰਖ ਰਾਵਣ ਕਿਆ ਲੈ ਗਏ ਆ? ਭਾਵੇਂ ਸੋਨੇ ਦੀ ਲੰਕਾ ਵੀ ਸੀ ਕਿ ਤੇ ਨਾਲ ਕਿਹੜਾ ਕੁਝ ਲੈ ਕੇ ਚਲਾ ਗਿਆ, ਸਭ ਕੁਝ ਇੱਥੇ ਹੀ ਰਹਿ ਗਿਆ। ਇਹ ਜੀਵ ਤੂੰ ਫਿਰ ਕਾਹਦਾ ਮਾਣ ਕਰੀ ਜਾਂਦਾ? 4 ਕੌਡੀਆਂ ਕੋਲ ਆ ਗਈਆਂ ਤੇ ਐਵੇਂ ਹੰਕਾਰ ਦੇ ਨਸ਼ੇ ਵਿੱਚ ਹੀ ਉਡਾਰੀਆਂ ਮਾਰਦਾ ਰਹਿੰਦਾ, ਬੁੱਲਿਆਂ ਦੇ ਵਿੱਚ ਉੱਡਦਾ ਰਹਿੰਦਾ। ਐਵੇਂ ਮਾਣ ਨਾ ਕਰਿਆ ਕਰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਛਾੜ ਛਾੜ ਸਗਲੀ ਗਈ। ਇਹ ਜੀਵ ਜਿਹੜੇ ਛੱਡ ਜਾਣ ਵਾਲੇ ਤੇਰੇ ਵੱਡੇ ਵਡੇਰੇ ਸਾਨੂੰ ਵੀ ਤੈਨੂੰ ਛੱਡ ਕੇ ਚਲੇ ਗਏ ਆ। ਜਿਹੜੇ ਸੁੱਖਾਂ ਦੇ ਵਿੱਚ ਪਰਜੇ ਹੋਏ ਸੀ ਉਹ ਵੀ ਤਾਂ ਦੁਨੀਆ ਦੇ ਸੁੱਖਾਂ ਨੂੰ ਛੱਡ ਛੱਡ ਕੇ ਚਲੇ ਗਏ ਹਨ। ਮੂੜ ਤਹਾ ਲਪਟਾਹੇ। ਤੇ ਜਿਹੜੇ ਤੇਰੇ ਵੱਡੇ ਵਡੇਰੇ ਦੁਨੀਆ ਦੇ ਸੁੱਖਾਂ ਨੂੰ ਸਭ ਕੁਝ ਛੱਡ ਕੇ ਚਲੇ ਗਏ ਐ ਤੇ ਤੂੰ ਵੀ ਉਹਨਾਂ ਵਿੱਚ ਲਪਟਿਆ ਹੋਏ। ਇਸ ਕਰਕੇ ਤੂੰ ਮੂੜ ਹੈ, ਮੂਰਖ ਹੈ, ਬੇਸਮਝ ਹੈ। ਕਿਉਂਕਿ ਸਾਧ ਸੰਗਤ ਜੀ ਜੇ ਪਤਾ ਵੀ ਹੋਵੇ ਕਿ ਨਾਲ ਕੁਝ ਜਾਣਾ ਨਹੀਂ ਤੇ ਫਿਰ ਉਹਨੂੰ ਬੇਸਮਝ ਮੂਰਖ ਹੀ ਕਿਹਾ ਜਾ ਸਕਦਾ ਹੈ ਨਾ। ਜੇ ਕਿਸੇ ਬਾਬਤ ਕੋਈ ਕਹੀ ਜਾਵੇ ਕਿ ਭਲਿਆ ਇਹ ਜੇਕਰ ਤੂੰ ਕਿਸੇ ਥਾਂ ਤੇ ਜਾਣਾ, ਇਹ ਵਸਤੂ ਨਾਲ ਲੈ ਕੇ ਨਹੀਂ ਜਾ ਸਕਦਾ, ਇਹ ਮਰਜ਼ਾਦਾ ਹੈ। ਜਿੰਨਾ ਮਰਜ਼ੀ ਯਤਨ ਕਰ ਲੈ, ਸਿਰ ਤੋੜ ਯਤਨ ਕਰ ਕਰਕੇ ਦੇਖ ਲੈ, ਪਰ ਨਹੀਂ ਲੈ ਕੇ ਜਾ ਸਕਦਾ। ਤੇ ਫੇਰ ਵੀ ਕਹੀ ਜਾਵੇ ਨਹੀਂ ਜੀ ਨਹੀਂ, ਮੈਂ ਤਾਂ ਲੈ ਕੇ ਜਾਣੇ, ਮੈਂ ਤੇ ਲੈ ਕੇ ਜਾਣੇ ਆ, ਮੈਨੂੰ ਕੌਣ ਰੋਕ ਸਕਦਾ? ਪਰ ਸਾਧ ਸੰਗਤ ਜੀ ਉਹ ਜੀਵ ਦੀ ਮੂੜਤਾ ਹੈ, ਬੇਸਮਝਤਾ ਹੈ, ਅਗਿਆਨਤਾ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਆਖ ਰਹੇ ਨੇ, ਮੂੜ ਤਹਾ ਲਪਟਾਹੇ। ਇਹ ਬੇਸਮਝ ਝੱਲਾ, ਪਾਗਲ, ਅਗਿਆਨੀ, ਮੂਰਖ ਜੀਵ ਫੇਰ ਵੀ ਉਹਦੇ ਨਾਲ ਹੀ ਲਪਟੀ ਜਾਂਦਾ ਹੈ। ਜਿਹੜੇ ਛੱਡ ਕੇ ਸੰਸਾਰ ਤੋਂ ਚਲੇ ਜਾਣੇ ਆ। ਗੁਰ ਪ੍ਰਸਾਦ ਸਿਮਰਤ ਰਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਇਹ ਜੀਵ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ। ਜੋ ਗੁਰੂ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਉਹ ਫਿਰ ਕਦੇ ਵੀ ਸਿਮਰਨ ਨੂੰ ਵਿਸਾਰਦਾ ਨਹੀਂ, ਕਦੇ ਨਾਮ ਨੂੰ ਹਿਰਦੇ ਵਿੱਚੋਂ ਭੁਲਾਉਂਦਾ ਨਹੀਂ। ਜਾਹੂ ਮਸਤਕ ਭਾਗ। ਪਰ ਐਸੀ ਅਮੋਲਕ ਦਾਤ ਤਿਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗ ਪੈਂਦੇ ਹਨ। ਤੁਰੋਂ ਹੀ ਪਰਮਾਤਮਾ ਜਿਨ੍ਹਾਂ ਦੇ ਅਮੋਲਕ ਇਹ ਚੰਗੇ ਭਾਗ, ਚੰਗੇ ਮਸਤਕ ਦੇ ਲੇਖ ਲਿਖ ਕਰਕੇ ਪਾ ਦਿੰਦਾ ਹੈ। ਨਾਨਕ ਆਏ ਸਫਲ ਤੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਆਇਆ ਹੋਇਆ ਸੰਸਾਰ ਦੇ ਵੀ ਸਫਲਾ ਹੋ ਗਿਆ ਤੇ ਉਹ ਗੁਰਮੁਖ ਪਿਆਰੇ ਸਫਲ ਹੋ ਗਏ ਹੈ। ਲੋਕ ਪਰਲੋਕ ਦਿਨਾਂ ਦਾ ਸੁਹੇਲਾ ਹੋ ਗਿਆ ਹੈ। ਜਾ ਕਉ ਪ੍ਰਿਹ ਸੁਹਾਗ। ਪ੍ਰਿਹ ਪਾਠ ਨਹੀਂ, ਪ੍ਰਿਯ ਹੈ। ਜਾ ਕਉ ਪ੍ਰਿਯ ਹੈ ਸੁਹਾਗ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸੁਹਾਗ ਅਕਾਲ ਪੁਰਖ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਜਾ ਕੋ ਪ੍ਰਿਯ ਹੈ, ਪ੍ਰਿਯ ਨਾਮ ਪਤੀ ਦਾ ਹੈ। ਜਿਸ ਜੀਵ ਰੂਪ ਸਖੀ ਨੂੰ ਪਤੀ ਪਰਮਾਤਮਾ ਦਾ ਸੁਹਾਗ ਮਿਲ ਗਿਆ, ਜੀਵਨ ਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲ ਹੋ ਗਿਆ ਹੈ ਤੇ ਇਹਨਾਂ ਨੇ ਜੀਵਨ ਨੂੰ ਸਫਲ ਬਣਾ ਲਿਆ ਹੈ। ਸਲੋਕ ਕੋਖੇ ਸ਼ਾਸਤਰ ਵੇਦ ਸਭ। ਹਜੂਰ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾ ਰਹੇ ਇਸ ਸ਼ਲੋਕ ਦੇ ਅੰਦਰ ਕਿ ਕਹਿੰਦੇ ਵੇਦਾਂ ਸ਼ਾਸਤਰਾਂ ਨੂੰ ਸਭ ਨੂੰ ਘੋਖ ਕਰਕੇ ਵਿਚਾਰ ਕਰਕੇ ਦੇਖ ਲਿਆ ਹੈ। ਘੋਖੇ ਸ਼ਾਸਤਰ ਵੇਦ ਸਭ। 6 ਸ਼ਾਸਤਰਾਂ ਨੂੰ ਜੀਵ ਘੋਖ ਕੇ ਵਿਚਾਰ ਕੇ ਦੇਖ ਲੈ, 4 ਵੇਦਾਂ ਨੂੰ ਵਿਚਾਰ ਕਰਕੇ ਦੇਖ ਲੈਣਾ ਕਰ। ਆਨ ਨਾ ਕਥਤਾ ਕੋਏ। ਇੱਕ ਪਰਮੇਸ਼ਰ ਤੋਂ ਬਿਨਾ ਇਹ ਸ਼ਾਸਤਰ ਵੀ ਵੇਦ ਵੀ ਕਿਸੇ ਨੂੰ ਕਥਨ ਨਹੀਂ ਕਰਦੇ ਕਿ ਸਦਾ ਲਈ ਰਹਿਣ ਵਾਲਾ ਇੱਕ ਪਰਮਾਤਮਾ ਹੀ ਹੈ, ਇੱਕ ਪਰਮੇਸ਼ਰ ਹੀ ਹੈ, ਇੱਕ ਵਾਹਿਗੁਰੂ ਜੀ ਦਾ ਨਾਮ ਹੀ ਸੱਚਾ ਹੈ।
ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਵਾਹਿਗੁਰੂ ਦੇ ਨਾਮ ਨੂੰ ਸ਼੍ਰੋਮਣੀ ਜਨ ਨਾ ਕਰ, ਆਨ ਨਾ ਕਥਤਾ ਕੋਏ। ਇਹ ਜੀਵ ਸਾਰੇ ਪਰਮੇਸ਼ਰ ਦੇ ਨਾਮ ਦਾ ਹੀ ਉਚਾਰਨ ਕਰਦੇ ਐ। ਇਸ ਲਈ ਤੂੰ ਕਿਉਂ ਐਵੇਂ ਹੋਰ ਦੁਨੀਆ ਦੇ ਜਾਪ ਕਰਦਾ ਰਹਿੰਦਾ? ਤੂੰ ਕਿਉਂ ਐਵੇਂ ਟੂਣੇ ਟਾਮਣ ਦੁਨੀਆ ਦੇ ਮੰਤਰਾਂ ਨੂੰ ਸਿੱਧ ਕਰਨ ਦੇ ਵਿੱਚ ਲੱਗਾ ਹੋਇਆ? ਇਹ ਜੀਵ ਤੂੰ ਵੀ ਪਰਮੇਸ਼ਰ ਦਾ ਨਾਮ ਹੀ ਜਪਿਆ ਕਰ। ਆਦ ਜੁਗਾਦੀ ਹੁਣ ਹੋਵਤ। ਜਦੋਂ ਸ੍ਰਿਸ਼ਟੀ ਦੀ ਮਰਜ਼ਾਦਾ ਨਹੀਂ ਸੀ ਬਣਾਈ, ਸ੍ਰਿਸ਼ਟੀ ਨੂੰ ਆਕਾਰ ਦੇ ਵਿੱਚ ਨਹੀਂ ਸੀ ਪਰਮਾਤਮਾ ਨੇ ਬਣਾਇਆ, ਆਦ ਉਦੋਂ ਵੀ ਉਹ ਪਰਮਾਤਮਾ ਸੱਚਾ ਸੀ। ਯੁੱਗਾਂ ਯੁੱਗਾਂ ਦੇ ਵਿੱਚ ਵੀ, ਸਤਯੁਗ, ਤ੍ਰੇਤਾ, ਦੁਆਪਰ ਤੇ ਹੁਣ ਕਲਯੁਗ ਦੇ ਵਿੱਚ ਵੀ ਆਦ ਜੁਗਾਦੀ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਉਹ ਯੁੱਗਾਂ ਯੁੱਗਾਂ ਦੇ ਵਿੱਚ ਵੀ ਹੁਣ ਵੀ ਸੱਚਾ ਹੈ। ਨਾਨਕ ਏਕੈ ਸੋਏ। ਇੱਕ ਪਰਮਾਤਮਾ ਹੀ ਹੈ, ਉਹ ਅਕਾਲ ਪੁਰਖ ਪਰਮੇਸ਼ਰ ਪਿਆਰਾ, ਜੋ ਆਦ ਜੁਗਾਦੀ ਹੁਣ ਹੋਵਤ, ਆਉਣ ਵਾਲੇ ਸਮੇਂ ਵਿੱਚ ਵੀ ਉਹ ਹੀ ਹੋਵੇਗਾ। ਜੋ ਆਦ ਕਾਲ ਦੇ ਵਿੱਚ ਵੀ ਸ੍ਰਿਸ਼ਟੀ ਦੇ ਬਣਨੇ ਤੋਂ ਵੀ ਪਹਿਲਾਂ ਉਹ ਸੱਚਾ ਸੀਗਾ। ਯੁੱਗਾਂ ਦੇ ਵਿੱਚ ਸ੍ਰਿਸ਼ਟੀ ਬਣ ਗਈ, ਫਿਰ ਵੀ ਉਹ ਹੀ ਸੱਚਾ ਹੈ, ਔਰ ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮੇਸ਼ਰ ਹੀ ਸੱਚਾ ਹੋਵੇਗਾ। ਪੌੜੀ ਘੱਗਾ ਘਾਲਹੁ ਮਨ ਹੈ ਇਹ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਘੱਗੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਜੀਵ ਆਪਣੇ ਮਨ ਦੇ ਵਿੱਚ ਘਾਲ ਲੈਣਾ ਕਰ, ਆਪਣੇ ਮਨ ਦੇ ਵਿੱਚ ਪਰਪੱਕ ਦ੍ਰਿੜਤਾ ਬਣਾ ਲੈਣਾ ਕਰ। ਬਿਨ ਹਰ ਦੂਸਰ ਨਾਹੀ। ਇੱਕ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ ਹੈ ਜੋ ਸਦਾ ਲਈ ਸੱਚਾ ਰਹਿ ਸਕੇ। ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਜੀਵਾਂ ਨੂੰ ਪੈਦਾ ਵੀ ਆਪ ਕਰਦਾ ਹੋਵੇ, ਪਰਵਰਿਸ਼ ਵੀ ਆਪ ਕਰਦਾ ਹੋਵੇ, ਲੈਤਾ ਵੀ ਆਪ ਕਰਦਾ ਹੋਵੇ। ਨਹਿ ਹੋਵਾ ਨਹਿ ਹੋਵਨਾ। ਮਹਾਰਾਜ ਕਹਿੰਦੇ ਨਹਿ ਹੋਵਾ, ਨਾ ਕੋਈ ਪਹਿਲਾਂ ਹੋਇਆ ਸੀ। ਇਹ ਮਤਾਂ ਤੇਰੇ ਮਨ ਵਿੱਚ ਭੁਲੇਖਾ ਹੋਵੇ ਕਿ ਪਿਛਲੇ ਲੰਘੇ ਹੋਏ ਸਮੇਂ ਦੀ ਮੈਨੂੰ ਕਿਹੜੀ ਕੋਈ ਗਿਆਤ ਹੈ, ਮੈਂ ਕਿਹੜਾ ਅੰਤਰਜਾਮੀ ਹੈ। ਕੋਈ ਨਾ ਕੋਈ ਤਾਂ ਹੋਵੇਗਾ ਰੱਬ ਵਰਗਾ, ਜਿਹੜਾ ਪੈਦਾ ਵੀ ਆਪ ਕਰਦਾ ਹੋਵੇ, ਪਾਲਣਾ ਵੀ ਆਪ ਹੀ ਜੀਵਾਂ ਦੀ ਕਰਦਾ ਹੋਵੇ, ਤੇ ਜੀਵਾਂ ਦੀ ਲੈਤਾ ਵੀ ਆਪ ਕਰਦਾ ਹੋਵੇ। ਨਹੀਂ, ਇਹ ਤੇਰੇ ਮਨ ਦਾ ਭੁਲੇਖਾ ਹੈ। ਨਹਿ ਹੋਵਾ, ਨਾ ਕੋਈ ਹੋਇਆ ਸੀ, ਨਹਿ ਹੋਵਨਾ, ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਜਾਤ ਕਤ ਉਹੀ ਸਮਾਹੇ। ਜਿੱਥੇ ਕਿਤੇ ਮਰਜੀ ਦੇਖ ਲੈਣਾ ਕਰ, ਬ੍ਰਹਮ ਦ੍ਰਿਸ਼ਟੀ ਦੇ ਨਾਲ ਉਹ ਪਰਮਾਤਮਾ ਹੀ ਸਮਾਇਆ ਹੈ। ਸਭ ਸਮਾਂ ਥਾਵਾਂ ਥਾਵਾਂ ਤੇ, ਜ਼ਰਰੇ ਜ਼ਰਰੇ ਦੇ ਵਿੱਚ, ਕਣ ਕਣ ਦੇ ਵਿੱਚ, ਸਭ ਥਾਵਾਂ ਤੇ ਉਹ ਸਰਬ ਵਿਆਪਕ ਸਮਾਇਆ ਹੈ। ਭੂਲ ਹੈ ਤਾ ਮਨ ਜੋ ਆਪ ਹੈ ਸਰਨਾ। ਇਹ ਮਨ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇ ਗੁਰੂ ਸ਼ਬਦ ਦੀ ਵਿਚਾਰ ਕਰੇ, ਪਰਮਾਤਮਾ ਦੇ ਸਰੂਪ ਦੀ ਵਿਚਾਰ ਕਰਦਾ ਹੈ, ਘੂਲਹਿ ਤਉ ਮਨ ਜੋ ਆਵਹਿ ਸਰਨਾ। ਜਦੋਂ ਮਹਾਰਾਜ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਨਹੀਂ ਤਾਂ ਦੁਨੀਆ ਦੀਆਂ ਵਿਚਾਰਾਂ ਦੇ ਵਿੱਚ ਹੀ ਪਰਚਿਆ ਰਹਿੰਦਾ। ਕਦੇ ਕਿਸੇ ਤਰ੍ਹਾਂ ਦੀ ਵਿਚਾਰ ਕਰਨ ਲਈ, ਕੋਈ ਚੰਗੀਆਂ ਮਾੜੀਆਂ ਵਿਚਾਰਾਂ ਦੇ ਵਿੱਚ ਹੀ ਸੰਸਾਰ ਦੇ ਅੰਦਰ ਲੱਗਾ ਰਹਿੰਦਾ। ਪਰ ਪਰਮਾਤਮਾ ਦੇ ਸਰੂਪ ਦੀ ਵਿਚਾਰ ਉਦੋਂ ਕਰਦਾ ਜੋ ਆਵਹਿ ਸਰਨਾ। ਜਦੋਂ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਉਦੋਂ ਫਿਰ ਗੁਰੂ ਸ਼ਬਦ ਦੀ ਵਿਚਾਰ ਕਰਦਾ। ਗੁਰੂ ਸ਼ਬਦ ਦੀ ਵਿਚਾਰ ਹੀ ਬ੍ਰਹਮ ਦੀ ਵਿਚਾਰ ਹੈ। ਗੁਰੂ ਸ਼ਬਦ ਦੇ ਨਾਲ ਚਿਰ ਦੀ ਬਿਰਤੀ ਨੂੰ ਜੋੜਨਾ ਹੀ ਪਰਮਾਤਮਾ ਦੀ ਅਭੇਦਤਾ ਹੈ। ਮਹਾਰਾਜ ਕਹਿੰਦੇ ਗੁਰੂ ਸ਼ਰਨ ਵਿੱਚ ਆਵਣਾ ਕਰ, ਐ ਜੀਵ, ਤਾਂ ਫਿਰ ਮਨ ਕਰਕੇ ਵਾਹਿਗੁਰੂ ਨੂੰ ਜਾਣਨਾ ਕਰੇਗਾ। ਨਾਮ ਤਤ ਕਲਮ ਹੈ ਪੁਨਹ ਚਰਨਾ। ਪਰਮੇਸ਼ਰ ਦਾ ਨਾਮ ਹੀ ਸਭ ਸਿਧਾਂਤਾਂ ਦਾ ਇੱਕ ਤੱਤ ਹੈ। ਇੱਕ ਤੱਤ ਪਰਮੇਸ਼ਰ ਦਾ ਨਾਮ ਹੀ ਹੈ, ਸਭ ਤੋਂ ਜੋ ਸ਼੍ਰੋਮਣੀ ਹੈ। ਨਾਮ ਤਤ ਕਲ ਮਹਿ ਪੁਨਹ ਚਰਨਾ। ਪਾਪ ਕਰਮਾਂ ਦਾ ਜਿਹੜਾ ਪ੍ਰਾਸ਼ਚਿਤ ਕਰਨਾ ਹੈ, ਇਹਨਾਂ ਨੂੰ ਪੁਨਹ ਚਰਨਾ ਕਿਹਾ ਜਾਂਦਾ ਹੈ। ਜਿਹੜੇ ਕੀਤੇ ਹੋਏ ਗੁਨਾਹ, ਕੀਤੇ ਹੋਏ ਅਪਰਾਧ, ਕੀਤੇ ਹੋਏ ਪਾਪ ਕਰਮ ਹਨ, ਉਹਨਾਂ ਦਾ ਪ੍ਰਾਸ਼ਚਿਤ ਕਰਨਾ। ਇਹ ਪੁਨਹ ਚਰਨਾ ਪ੍ਰਾਸ਼ਚਿਤ ਕਰਨ ਦੇ ਵਾਸਤੇ, ਕੀਤੇ ਹੋਏ ਗੁਨਾਹਾਂ ਦੇ ਭੁੱਲਾਂ ਨੂੰ ਬਖਸ਼ਾਉਣ ਦੇ ਵਾਸਤੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਪਰਮੇਸ਼ਰ ਦਾ ਨਾਮ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਮਰਜ਼ੀ ਯਤਨ ਕਰ ਕਰਕੇ ਦੇਖ ਲੈ, ਜਪ ਤਪ ਧੂਣੀਆਂ ਤਾ ਕੇ ਜਲ ਧਾਰਾ ਆਦਿਕ ਪੁੱਠੇ ਲਟਕ ਲਟ ਕੇ
ਕਪਾਲੀ ਆਸਣ ਲਾ ਲਾ ਕੇ ਦੇਖ ਲੈ, ਪਰ ਨਾ ਕੀਤੇ ਗੁਨਾਹ ਨਹੀਂ ਕਦੇ ਬਖਸ਼ਾਏ ਜਾਣਗੇ। ਕੇਵਲ ਵਾਹਿਗੁਰੂ ਜੀ ਦਾ ਨਾਮ ਹੈ ਕਲਯੁਗ ਦੇ ਸਮੇਂ ਅੰਦਰ ਜੋ ਤੇਰੇ ਕੀਤੇ ਹੋਏ ਪਾਪ ਕਰਮਾਂ ਦਾ ਪ੍ਰਾਸ਼ਚਿਤ ਹੈ, ਜੋ ਪਾਪ ਕਰਮਾਂ ਨੂੰ ਬਖਸ਼ਾਉਣ ਵਾਲਾ ਹੈ, ਕੀਤੀਆਂ ਹੋਈਆਂ ਭੁੱਲਾਂ ਨੂੰ ਖਿਮਾ ਕਰਾਉਣ ਵਾਲਾ ਹੈ। ਕਾਲ ਕਾਲ ਅਨੇਕ ਪਛਤਾਵਹਿ। ਕਿਉਂਕਿ ਅਨੇਕਾਂ ਸੰਸਾਰ ਦੇ ਜੀਵ ਕੋਈ ਤਪ ਸਾਧਨਾ ਦੀ ਘਾਲਣਾ ਕਾਦ ਰਿਹਾ ਹੈ, ਕੋਈ ਦੁਨੀਆ ਦੇ ਹੋਰ ਕਰਮ ਕਾਂਡਾਂ ਦੀ ਸਾਧਨਾ ਦੇ ਘਾਲਣਾ ਕਾਦ ਰਿਹਾ ਹੈ। ਜਲ ਧਾਰਾਂ ਕੋਈ ਪੁੱਠੇ ਲਟਕ ਲਟਕ ਕਰਕੇ, ਪਹਾੜਾਂ ਤੇ ਖੜ ਕੇ ਕਿੰਨਾ ਕਿੰਨਾ ਯਤਨ ਕਰਕੇ ਘਾਲਣਾ ਕਾਦ ਰਹੇ ਹੈ, ਪਰ ਫਲ ਕੀ ਮਿਲਦਾ? ਪਛਤਾਵਹਿ। ਮਹਾਰਾਜ ਕਹਿੰਦੇ ਬਾਅਦ ਵਿੱਚ ਪਛਤਾਤਾਪ ਹੀ ਕਰਦੇ ਚਲੇ ਜਾਂਦੇ ਹੈ ਕਿ ਕਿਉਂ ਨਹੀਂ ਅਸੀਂ ਰੱਬ ਦਾ ਨਾਮ ਜਪਿਆ, ਕਿਉਂ ਨਹੀਂ ਪ੍ਰਮਾਤਮਾ ਦਾ ਸਿਮਰਨ ਕੀਤਾ। ਜੇ ਸਿਮਰਨ ਕਰ ਲੈਂਦੇ ਤੇ ਥੋੜੇ ਸਮੇਂ ਵਿੱਚ ਹੀ ਇਹ ਦਾਤ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਸੀ, ਰੱਬ ਨੂੰ ਅਸੀਂ ਮਿਲ ਜਾਣਾ ਸੀ, ਪ੍ਰਮਾਤਮਾ ਨੂੰ ਪਾ ਲੈਣਾ ਸੀ। ਪਰ ਕਾਲ ਕਾਲ ਅਨੇਕ ਪਛਤਾਵਹਿ। ਫਿਰ 1 4 ਜਾਂ 5 7 ਨਹੀਂ, ਅਨੇਕਾਂ ਹੀ ਸੰਸਾਰ ਦੇ ਜੀਵ ਪਛਤਾ ਰਹੇ ਹੈ, ਅਨੇਕਾਂ ਹੀ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਪਛਤਾਤਾਪ ਕਰ ਰਹੇ ਹਨ। ਬਿਨ ਹਰ ਭਗਤ ਕਹਾ ਥਿਤ ਪਾਵਹਿ। ਐ ਗੁਰਸਿੱਖੋ, ਪ੍ਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਭਲਾ ਕਿੱਥੇ ਜਾ ਕਰਕੇ ਟਿਕਾਉ ਪਾ ਲੈਣਗੇ? ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਮਨੁੱਖ ਜਿੰਨਾ ਮਰਜ਼ੀ ਘਾਲਣਾ ਘਾਲ ਕਰਕੇ ਦੇਖ ਲਵੇ, ਕਰਮ ਕਾਂਡਾਂ ਦੀ, ਦੁਨੀਆ ਦੇ ਤਪ ਸਾਧਨਾ ਦੀ, ਧੂਣੀਆਂ ਦੀ, ਪਰ ਨਹੀਂ, ਕੇਵਲ ਪ੍ਰਮਾਤਮਾ ਦੀ ਬੰਦਗੀ ਹੈ, ਪਰਮੇਸ਼ਰ ਦੀ ਪ੍ਰੇਮਾ ਭਗਤੀ ਹੀ ਹੈ ਜਿਸ ਦੁਆਰਾ ਮਨ ਨੂੰ ਟਿਕਾਉ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਸਥਿਤੀ ਪ੍ਰਾਪਤ ਹੁੰਦੀ ਹੈ। ਬਿਨ ਹਰ ਭਗਤ ਕਹਾਂ ਥਿਤ ਪਾਵਹਿ। ਕਿੱਥੇ ਜਾ ਕੇ ਟਿਕਾਉ ਪਾ ਲਵੇਂਗਾ? ਕਿੱਥੇ ਜਾ ਕੇ ਮਨ ਨੂੰ ਇਕਾਗਰ ਕਰ ਲਵੇਂਗਾ? ਬੰਦਗੀ ਤੋਂ ਬਿਨਾਂ ਕੋਈ ਦੂਜਾ ਰਸਤਾ ਹੈ ਹੀ ਨਹੀਂ ਹੈ। ਪਾਰਸਨਾਥ ਵਰਗਿਆਂ ਨੇ ਜੋ ਕਿੰਨਾ ਕਿੰਨਾ ਯਤਨ ਕੀਤਾ ਹੈ, ਪਰ ਸਾਧ ਸੰਗਤ ਜੀ ਕਿਤੇ ਇਹ ਮਨ ਟਿਕਾਉ ਵਿੱਚ ਆਉਂਦਾ। ਬਹੁਤ ਯਤਨ ਕੀਤਾ ਹੈ, ਦੇਵੀ ਸ਼ਕਤੀਆਂ ਦੇ, ਸ਼ਿਵ ਜੀ ਦੇ ਅਵਤਾਰ ਵੀ ਭਾਵੇਂ ਸੰਸਾਰ ਦੇ ਅੰਦਰ ਜਨਮੇ ਹੈ, ਪਰ ਮਹਾਰਾਜ ਕਹਿੰਦੇ ਮਨ ਨੂੰ ਨਹੀਂ ਟਿਕਾ ਸਕੇ। ਇਸ ਕਰਕੇ ਮਨ ਦਾ ਟਿਕਾਉ ਕਰਨੇ ਦੇ ਲਈ ਪ੍ਰਮਾਤਮਾ ਦੀ ਬੰਦਗੀ ਕਰਿਆ ਕਰ। ਕੋਲ ਮਹਾਰਸ ਅੰਮ੍ਰਿਤ ਤਿਹ ਪੀਆ। ਸਤਿਗੁਰੂ ਜੀ ਫਰਮਾਉਂਦੇ ਹਨ, ਜਿਨ੍ਹਾਂ ਨੇ ਪ੍ਰੇਮ ਰੂਪੀ ਜਲ ਪਾ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਅੰਮ੍ਰਿਤ ਨੂੰ ਘੋਲ ਕਰਕੇ ਪੀਤਾ ਹੈ। ਘੋਲ ਮਹਾਰਸ, ਘੋਲ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਹੈ ਕਿ ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਰਸ ਹੈ, ਉਹਨਾਂ ਨੇ ਦੁਨੀਆ ਦੇ ਰਸਾਂ ਨੂੰ ਅਭਾਵ ਕਰ ਦਿੱਤਾ ਹੈ। ਦੁਨਿਆਵੀ ਰਸ ਕਸ ਛੱਡ ਕਰਕੇ ਉਹ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਪਰਚ ਗਏ ਹੈ, ਤੇ ਇਹਨਾਂ ਨੇ ਪ੍ਰੇਮ ਰੂਪ ਜਲ ਧਾਰਨ ਕਰਕੇ ਪਿਆਰ ਦੇ ਨਾਲ ਵਾਹਿਗੁਰੂ ਦੇ ਨਾਮ ਰਸ ਨੂੰ ਪੀਤਾ ਹੈ। ਘੋਲ ਕਰਕੇ ਪ੍ਰੇਮ ਦੇ ਨਾਲ, ਜਿਵੇਂ ਕਹਿੰਦੇ ਘੋਲ ਕੇ ਕਿਸੇ ਚੀਜ਼ ਨੂੰ ਗਟਾ ਗਟਾ ਕਰਕੇ ਪੀ ਜਾਣਾ, ਇਸ ਪ੍ਰਕਾਰ ਪ੍ਰੇਮ ਦੇ ਨਾਲ, ਪ੍ਰੇਮ ਰੂਪੀ ਜਲ ਦੇ ਵਿੱਚ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਘੋਲ ਕਰਕੇ ਪੀਤਾ ਹੈ। ਪਿਆਰ ਦੇ ਵਿੱਚ ਭਿੱਜ ਕੇ ਮੁਖ ਤੋਂ ਵਾਹਿਗੁਰੂ 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 ਉਚਾਰਨ ਕਰਦੇ ਆ। ਐਸਾ ਗੁਰਮੁਖਾਂ ਦਾ ਜੀਵਨ ਹੈ। ਨਾਨਕ ਹਰ ਗੁਰ ਜਾ ਕਉ ਦੀਆ। ਪਰ ਸਤਿਗੁਰੂ ਜੀ ਕਹਿੰਦੇ ਐਸੀ ਅਮੋਲਕ ਦਾਤ ਪਰਮੇਸ਼ਰ ਸਰੂਪ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਦਿੱਤੀ ਹੈ, ਉਹਨਾਂ ਨੇ ਪ੍ਰਾਪਤ ਕੀਤੀ ਹੈ। ਮਹਾਰਾਜ ਜੀ ਜਿਨ੍ਹਾਂ ਤੇ ਤਰੁੱਠ ਜਾਂਦੇ ਹਨ, ਮਹਾਰਾਜ ਜਿਸ ਹਿਰਦੇ ਅੰਦਰ ਪ੍ਰੇਮ ਲਾ ਦਿੰਦੇ ਆ, ਉਹ ਪਿਆਰ ਦੇ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਦਾ ਹੈ। ਪਿਆਰ ਦੇ ਵਿੱਚ ਭਿੱਜ ਕੇ ਬੱਧਾ ਚੱਟੀ ਨਹੀਂ, ਕਿਉਂਕਿ ਮਹਾਰਾਜ ਜੀ ਦਾ ਵਚਨ ਆਉਂਦਾ ਹੈ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜਾਂ ਵਿਖਾਵੇ ਮਾਤਰ ਕਹੀ ਜਾਵੇ, ਵਿਖਾਓ ਸੰਸਾਰ ਦੇ ਅੰਦਰ ਵਿਖਾਵਾ ਕਰਨ ਦੇ ਲਈ, ਜਾਂ ਜ਼ਬਰਦਸਤੀ ਕਿਸੇ ਨੂੰ ਲਗਾਇਆ ਜਾਵੇ, ਤੇ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਰਸ ਨਹੀਂ ਪ੍ਰਾਪਤ ਕਰ ਸਕਦਾ। ਹਿਰਦੇ ਅੰਦਰ ਪ੍ਰੇਮ ਪੈਦਾ ਹੋ ਜਾਵੇ, ਸਤਿਗੁਰੂ ਜੀ ਹਿਰਦੇ ਅੰਦਰ ਪ੍ਰੇਮ ਲਾ ਦੇਣ, ਪਿਆਰ ਦੇ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਦਾ, ਉਹ ਪਰਮੇਸ਼ਰ ਦੇ ਨਾਮ ਰਸ ਨੂੰ ਪਾ ਲੈਂਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲ ਬਣਾ ਸਕੀਏ। ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਕੋਲ ਮਹਾਰਸ ਅੰਮ੍ਰਿਤ ਤਿਹ ਪੀਆ, ਨਾਨਕ ਹਰ ਗੁਰ ਜਾ ਕਉ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।